ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ, ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ। ਆਓ ਅੱਜ ਫਿਰ ਗੂੜਾ ਕਰੀਏ ਰਿਸ਼ਤਾ ਸਾਹਿਤਕ ਤੰਦਾਂ ਵਾਲਾ। ਸਤਿ ਸ਼੍ਰੀ ਅਕਾਲ, ਪ੍ਰਿੰਸ ਭਾਰਦਵਾਜ ਤੁਹਾਡਾ ਜਸ ਪੰਜਾਬੀ ਦੇ ਪ੍ਰੋਗਰਾਮ ਸਾਹਿਤਕ ਤੰਦਾਂ ਦੇ ਵਿੱਚ ਹਾਰਦਿਕ ਸਵਾਗਤ ਕਰਦਾ ਹੈ। ਤੁਸੀਂ ਜਿੱਥੇ ਵੀ ਵਸਦੇ ਹੋ, ਤੁਸੀਂ ਜਿੱਥੇ ਵੀ ਰਸਦੇ ਹੋ, ਤੁਸੀਂ ਜਿੱਥੇ ਵੀ ਹੱਸਦੇ ਹੋ, ਤੁਹਾਡੇ ਹਾਸੇ ਬਰਕਰਾਰ ਰਹਿਣ। ਤੁਸੀਂ ਵਸਦੇ ਰਹੋ, ਤੁਸੀਂ ਰਸਦੇ ਰਹੋ, ਤਾਂ ਕਿ ਪੰਜਾਬੀਅਤ ਹੈ, ਪੰਜਾਬੀ ਦੀ ਖੁਸ਼ਬੂ ਹੈ, ਪੰਜਾਬੀ ਬੋਲੀ ਹੈ, ਪੰਜਾਬੀ ਭਾਸ਼ਾ ਹੈ, ਪੰਜਾਬੀ ਲਿਪੀ ਦੇ ਰੂਪ ਦੇ ਵਿੱਚ ਜਿੱਥੇ ਵੀ ਤੁਸੀਂ ਦੁਨੀਆ ਦੇ ਕੋਨੇ ਦੇ ਵਿੱਚ ਬੈਠੇ ਹੋ, ਇਸ ਨੂੰ ਇਸੇ ਤਰੀਕੇ ਨਾਲ ਮਹਿਕਾਉਂਦੇ ਰਹੋ, ਇਸ ਨੂੰ ਇਸੇ ਤਰੀਕੇ ਨਾਲ ਅੱਗੇ ਲੈ ਕੇ ਜਾਂਦੇ ਰਹੋ। ਸਾਹਿਤਕ ਤੰਦਾਂ ਦੇ ਇਸ ਸਫ਼ਰ ਦੇ ਵਿੱਚ ਅੱਜ ਜਿਸ ਸ਼ਖਸ ਨਾਲ ਤੁਹਾਡੀ ਸਾਂਝ ਪਵਾਵਾਂਗੇ, ਉਸ ਨੂੰ ਵੇਖ ਕੇ ਥੋੜਾ ਜਿਹਾ ਰਸ਼ਕ ਵੀ ਹੁੰਦਾ ਕਿ ਨਿੱਕੀ ਉਮਰੇ ਵੱਡੀਆਂ ਪੁਲਾਂਘਾਂ ਪੱਟ ਲਈਆਂ, ਪਰ ਇਹ ਸੌਖਾ ਕਾਰਜ ਨਹੀਂ। ਜਿਸ ਤਰੀਕੇ ਨਾਲ ਮਿਰਜ਼ਾ ਗਾਲਿਬ ਹੋਰਾਂ ਨੇ ਲਿਖਿਆ ਸੀ ਕਿ रगों में दौड़ते फिरने के हम नहीं कायल, रगों में दौड़ते फिरने के हम नहीं कायल, जो आँख ही से न टपका फिर लहू क्या है। तो लहू तो फिर वो है जिहड़ा अखां दे विच दी उतर के आवे ते फिर दसे कि लहू की तासीर की हुंदी है, लहू किस तरीके नाल चीज़ां नूं तामीर करवाउंदा है। तुहाडी कीती हुई तपस्या, तुहाडे कीते हुए कारज तुहाडे काम दे विचों झलकने चाहीदे आ। उस शख्सियत का कोई फायदा नहीं हुंदा जदों तुसी चीकां मार मार के या बहुत वड्डियां गल्लां कर करके अपना कारज दिखाउण दी कोशिश करो। तुहाडा कारज तुहाडी कीती मेहनत दे विचों अपने आप झलकना चाहिए। और मैनूं बहुत ज़्यादा खुशी हो रही आ कि अज ਸਾਹਿਤਕ तंदां दे इस ਵਿਹੜੇ ਦੇ ਰਾਹੀਂ ਅਸੀਂ पूरी दुनिया दे विच जिस शख्स दे नाल गलबात दे राहीं तुहाडा रिश्ता कायम करवावांगे। साडा छोटा भरा, साडा छोटा वीर तो है, साडा मित्र प्यारा तो है, पर इस वक्त वो पंजाबी ਸਾਹਿਤ ਦੇ ਵਿੱਚ ਉਹ ਤਾਰੇ ਦੇ ਰੂਪ ਦੇ ਵਿੱਚ ਚਮਕਣ ਲੱਗਿਆ ਹੈ ਜਿਸ ਪਿੱਛੇ ਉਸ ਦੀ ਮਿਹਨਤ ਹੈ। ਆਓ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਵੀਰ ਦਵਿੰਦਰ ਸਿੰਘ ਜੀ, ਜਸ ਪੰਜਾਬੀ ਦੇ ਵਿਹੜੇ ਪਹੁੰਚੇ ਆ, ਸਾਹਿਤਕ ਤੰਦਾਂ ਪ੍ਰੋਗਰਾਮ 'ਚ ਪਹੁੰਚੇ ਆ। ਬਹੁਤ ਸਵਾਗਤ ਨਿੱਗੀ ਜੀ ਆਇਆਂ ਨੂੰ ਬਾਈ ਜੀ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਪ੍ਰਿੰਸ ਜੀ। ਔਰ ਮੈਂ ਤੁਹਾਨੂੰ ਹੋਰ ਖੂਬਸੂਰਤੀ ਗੱਲ ਦੱਸਦਾ ਕਿ ਵੈਸੇ ਤਾਂ ਪੰਜਾਬ ਦਾ ਜਿਹੜਾ ਮੌਸਮ ਹੈ, ਉੱਤਰੀ ਭਾਰਤ ਦਾ ਮੌਸਮ ਹੈ, ਪਿਛਲੇ ਕਈ ਦਿਨਾਂ ਤੋਂ ਵਿਗਾੜ ਦੇ ਵਿੱਚ ਹੈ। ਕੱਲ ਥੋੜੀ ਜਿਹੀ ਧੁੱਪ ਨਿਕਲੀ, ਪਰ ਅੱਜ ਵੀਰ ਦਵਿੰਦਰ ਹੋਰੀ ਸਾਡੇ ਵਿਹੜੇ ਆਏ ਤੇ ਅੱਜ ਫੇਰ ਠੰਡੀਆਂ ਹਵਾਵਾਂ ਤੇ ਨਾਲ ਛਰਾਟੇ ਬਾਰਿਸ਼ ਦੇ ਜਿਹੜੇ ਆ ਉਹ ਲੈ ਕੇ ਆਏ ਆ। ਇਹ ਛਰਾਟੇ ਉਹ ਛਰਾਟੇ ਨੇ, ਇਹ ਹਵਾ ਦੇ ਬੁੱਲੇ ਉਹ ਬੁੱਲੇ ਨੇ ਜਿਹੜੀਆਂ ਠੰਡੀਆਂ ਹਵਾਵਾਂ ਲੈ ਕੇ ਆਉਂਦੇ ਆ। ਵੀਰ ਦਵਿੰਦਰ ਬਾਈ ਹੋਰੀ ਜਿਹੜੇ ਨੇ ਇਸ ਵਕਤ युवा ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਨੇ। ਇਹ ਔਖਾ ਕਾਰਜ ਹੈ, ਇਸ ਔਖੇ ਕਾਰਜ ਦੇ ਵਿੱਚੋਂ ਨਿਕਲਣਾ, ਚੁਣਿਆ ਜਾਣਾ, ਇਹ ਆਪਣੇ ਆਪ ਦੇ ਵਿੱਚ ਪ੍ਰਾਪਤੀ ਹੁੰਦੀ ਹੈ। ਔਰ ਮਹੱਤਵਪੂਰਨ ਗੱਲ ਕਿ ਪਹਿਲੀ ਹੀ ਪੁਸਤਕ ਔਰ ਪਹਿਲੀ ਹੀ ਪੁਸਤਕ ਵਾਰਤਕ ਔਰ ਉਸ ਦੇ ਵਿੱਚ ਹੀ ਬਾਈ ਜੀ ਚੁਣੇ ਗਏ ਨੇ युवा ਸਾਹਿਤ ਅਕਾਦਮੀ ਪੁਰਸਕਾਰ ਦੇ ਵਿਜੇਤਾ ਦੇ ਰੂਪ ਦੇ ਵਿੱਚ। ਪਹਿਲਾਂ ਬਹੁਤ ਵਧਾਈਆਂ ਬਾਈ ਤੁਹਾਨੂੰ। ਬਹੁਤ ਸ਼ੁਕਰੀਆ ਜੀ। ਕਿਵੇਂ ਮਹਿਸੂਸ ਹੋਇਆ, ਆਪਾਂ ਇੱਥੋਂ ਸ਼ੁਰੂ ਕਰਦੇ ਹਾਂ, ਮਹਿਸੂਸ ਕਿਵੇਂ ਹੋਇਆ ਜਦੋਂ ਪਤਾ ਲੱਗਿਆ ਕਿ ਤੁਸੀਂ ਮਿਹਨਤ ਕੀਤੀ, ਮਿਹਨਤ ਨਾਲ ਇੱਕ ਕਿਤਾਬ ਸਿਰਜੀ ਹੈ। ਉਸ ਕਿਤਾਬ ਦੀ ਸਿਰਜਣਾ ਤੇ ਬਾਅਦ ਜਾਣਦੇ ਆ, ਪਤਾ ਲੱਗਦਾ ਕਿ ਤੁਹਾਡੀ ਪੁਸਤਕ ਚੁਣੀ ਗਈ ਸਾਹਿਤ ਅਕਾਦਮੀ ਪੁਰਸਕਾਰ ਲਈ, युवा ਸਾਹਿਤ ਅਕਾਦਮੀ ਪੁਰਸਕਾਰ ਲਈ। ਨੈਚੁਰਲੀ ਬਹੁਤ ਚਾਅ ਵਾਲੀ ਗੱਲ ਸੀ ਜੀ, ਤੇ ਇੱਕ ਮਤਲਬ ਆਮ ਬੰਦੇ ਵਾਲੀਆਂ ਹੀ ਫੀਲਿੰਗਸ ਹੈ ਨਾ, ਜਿਵੇਂ ਮੇਰੇ ਲਈ ਵੱਡੀ ਗੱਲ ਸੀ। ਤੇ ਚਾਅ ਤਾਂ ਹੈਗਾ ਹੀ ਆ ਬਹੁਤ ਜ਼ਿਆਦਾ, ਤੇ ਮੈਨੂੰ ਚੜ੍ਹਦਾ ਵੀ ਜ਼ਿਆਦਾ ਚਾਅ। ਉਹ ਚੜ੍ਹਨਾ ਚਾਹੀਦਾ। ਮੇਰਾ ਮੰਨਣਾ ਵੀ ਹੈ ਵੀ ਚਾਅ ਨੂੰ ਚੜਾਉਣਾ ਵੱਧ ਚਾਹੀਦਾ, ਬਿਲਕੁਲ, ਚੜਾਉਣਾ ਵੀ ਤੁਰੰਤ ਚਾਹੀਦਾ। ਤੇ ਬੇਹਾ ਕਰਕੇ ਜਿਹੜਾ ਚਾਅ ਹੁੰਦਾ ਨਾ, ਉਹ ਉਸ ਕਰੰਟ ਨਾਲ ਚੜ੍ਹਦਾ ਵੀ ਹੈ, ਬਿਲਕੁਲ ਨਹੀਂ ਚੜ੍ਹਦਾ। ਤੇ ਚਾਅ ਆਪਦੇ ਆਪ 'ਚ ਇੱਕ ਬੂਸਟਰ ਵੀ ਹੁੰਦਾ ਹੈ ਨਾ, ਤੇ ਸਾਨੂੰ ਅੱਗੇ ਕੰਮ ਕਰਨ ਲਈ ਪ੍ਰੇਰਦਾ। ਤੇ ਇਸ ਕਰਕੇ ਮੈਂ ਉਸ ਚਾਅ 'ਚ ਹੁਣ ਤਾਂ ਥੋੜਾ ਉਹਦੀ ਦਰ ਨਹੀਂ, ਆਪਾਂ ਦਰ ਥੱਲੇ ਨਹੀਂ ਆਉਣ ਦੇਣੀ ਹੈਗੀ, ਹਲੇ ਨਹੀਂ ਆਉਣ ਦੇਣੀ। ਹਲੇ ਤਾਂ ਪੁਰਸਕਾਰ ਮੈਂ ਦਰਸ਼ਕਾਂ ਦੇ ਧਿਆਨ ਹੇਠ ਦੱਸਦਾ, ਔਰ ਅਸੀਂ ਵੀ ਡਿਸਕਸ ਕਰ ਰਹੇ ਸੀ, ਹਲੇ ਪੁਰਸਕਾਰ ਅਨਾਉਂਸ ਹੋਇਆ, ਹਜੇ ਮਿਲਣਾ ਬਾਕੀ ਆ। ਸੋ ਚਾਅ ਨੂੰ ਅਸੀਂ ਮੱਠਾ ਨਹੀਂ ਪੈਣ ਦੇਣਾ, ਕਿਉਂਕਿ ਅਸੀਂ ਦੂਜੇ ਤੀਜੇ ਪੁਰਸਕਾਰ ਵੱਲ ਵੀ ਅੱਗੇ ਵਧਣਾ। ਕਿਆਸ ਲੱਗਿਆ ਸੀ ਜਾਂ ਤੁਸੀਂ ਆਪਣੀ ਪੁਸਤਕ ਨੂੰ ਜਿਊਰੀ ਕੋਲ ਭੇਜਿਆ ਹੋਏਗਾ, ਨਾਮਾਂਕਨ ਲਈ ਭੇਜਿਆ ਸੀ? ਨਹੀਂ, ਇਹਦੇ ਨਾ ਦੋ ਤਰੀਕੇ ਹੁੰਦੇ ਆ ਜੀ। ਇੱਕ ਤਾਂ ਵੀ ਤੁਸੀਂ ਖੁਦ ਉੱਥੇ ਅਪਲਾਈ ਕਰੋ ਜੀ, ਤੇ ਜਾਂ ਤੁਹਾਡੀ ਪੁਸਤਕ ਨੂੰ ਕੋਈ ਰਿਕਮੈਂਡ ਕਰੇ। ਮੈਨੂੰ ਤਾਂ ਉਸ ਸਟੇਜ ਤੇ ਪਤਾ ਲੱਗਿਆ ਸੀ ਜਦੋਂ ਮੈਨੂੰ ਫੋਨ ਆਇਆ ਸੀ ਸਾਹਿਤ ਅਕਾਦਮੀ ਤੋਂ ਕਿਸੇ ਦਾ ਕਿ ਤੁਹਾਡੀਆਂ 5 ਕਾਪੀਆਂ ਚਾਹੀਦੀਆਂ, ਤਾਂ ਮੈਨੂੰ ਪਤਾ ਲੱਗਿਆ ਸੀ ਮੇਰੀ ਪੁਸਤਕ ਵੀ ਦੌੜ ਦੇ ਵਿੱਚ। ਮੈਂ ਅਪਲਾਈ ਤਾਂ ਨਹੀਂ ਕੀਤਾ ਸੀ, ਬਟ ਫਿਰ ਉਦੋਂ ਤੋਂ ਮੈਨੂੰ ਲੱਗ ਗਿਆ ਸੀ ਵੀ ਅੱਛਾ ਮੈਂ ਵੀ ਦੌੜ 'ਚ ਤੇ ਵੀ ਹੋ ਸਕਦਾ। ਪਤਾ ਲੱਗਿਆ ਕਿ ਕਿਹਨੇ
ਰეკਮੈਂਡ ਕੀਤਾ ਸੀ ਪੁਸਤਕ ਨੂੰ ਪੜ੍ਹਨ ਤੋਂ ਬਾਅਦ? ਪਤਾ ਲੱਗਿਆ ਜਾਂ ਇਹ ਦੱਸਦੇ ਨਹੀਂ ਹੁੰਦੇ? ਇਹ ਹਿਡਨ ਹੁੰਦਾ ਜੀ, ਇਹ ਹਿਡਨ ਹੁੰਦਾ ਜੀ। ਉਹ ਕਈ ਲਿਸਟ ਬਣਵਾਉਂਦੇ ਨੇ, ਆਈ ਥਿੰਕ ਉਹਦਾ ਨਾਮ ਉਹ ਰੱਖਦੇ ਨੇ ਜਿੱਦਾਂ ਗਰਾਊਂਡ ਲਿਸਟ ਇੱਕ ਪ੍ਰਪੇਅਰ ਕਰਦੇ ਨੇ, ਤੇ ਉਹ ਉਹਨਾਂ ਨੇ ਪੈਨਲ ਦੇ ਵਿੱਚ ਪਾਏ ਹੁੰਦੇ ਨੇ। ਜਿਸ ਤਰ੍ਹਾਂ ਇੱਕ ਤਾਂ ਜਿਊਰੀ ਹੁੰਦੀ ਆ, ਫਿਰ ਉਦੋਂ ਪਹਿਲਾਂ ਕੁਝ ਹੋਰ ਮੈਂਬਰ ਹੁੰਦੇ ਨੇ ਜਿੱਦਾਂ 15 ਮੈਂਬਰ, ਉਸ ਤੋਂ ਪਹਿਲਾਂ ਇੰਨੇ ਮੈਂਬਰ, ਉਹ ਸਾਰੇ ਜੋ ਰਿਕਮੈਂਡ ਕਰਦੇ ਨੇ ਤੇ ਉਹਦੇ ਬੇਸ ਤੇ ਕਿ ਤਿਆਰ ਹੁੰਦੀ ਆ ਜੀ। ਉਹ ਮੈਨੂੰ ਨਹੀਂ ਪਤਾ ਕਿਹਨੇ ਕੀਤਾ ਸੀ, ਬਟ ਕੀਤਾ ਸੀ ਕਿਸੇ ਨੇ। ਚਲੋ ਇਹ ਵੀ ਚੰਗੀ ਗੱਲ ਹੈ, ਸਾਨੂੰ ਪ੍ਰੋਸੈਸ ਪਤਾ ਲੱਗ ਗਿਆ, ਕਿਉਂਕਿ ਪਤਾ ਹੋਣਾ ਜ਼ਰੂਰੀ ਹੈ, ਹਨਾ। ਜੀ ਜੀ ਜੀ। ਕਿਉਂਕਿ ਯਾਰ ਬਾਈ ਇਹ ਗੱਲ ਮੈਂ ਇਸ ਕਰਕੇ ਪੁੱਛੀ ਹੈ ਕਿ ਇਹ ਬੜਾ ਗੰਭੀਰ ਇਲਜ਼ਾਮ ਲੱਗਦਾ ਹੈ ਔਰ ਸਾਡੇ ਮੱਥੇ ਤੇ ਹੈ, ਖਾਸ ਤੌਰ ਤੇ ਪੰਜਾਬੀਆਂ ਦੇ ਮੱਥੇ ਤੇ ਹੈ ਜਾਂ ਉੱਤਰੀ ਭਾਰਤ ਦੇ ਲੇਖਕਾਂ ਦੇ ਮੱਥੇ ਤੇ ਹੈ। ਮੈਂ ਹਿੰਦੀ ਵਾਲਿਆਂ ਦੀ ਗੱਲ ਨਹੀਂ ਕਰਦਾ, ਪੰਜਾਬੀ ਵਾਲਿਆਂ ਦੇ ਮੱਥੇ ਹੈ, ਕਿਉਂਕਿ ਦਿੱਲੀ ਵੀ ਉੱਤਰੀ ਭਾਰਤ ਦੇ ਵਿੱਚ ਆਉਂਦਾ ਔਰ ਦਿੱਲੀ ਤੋਂ ਹੀ ਬਹੁਤੀਆਂ ਤਾਰਾਂ ਜਿਹੜੀਆਂ ਉਹ ਖਿੱਚੀਆਂ ਜਾਂਦੀਆਂ ਰਹੀਆਂ ਨੇ ਸਾਡੇ ਸਾਹਿਤ ਦੀਆਂ, ਉਹ ਖਿੱਚੀਆਂ ਜਾਂਦੀਆਂ ਹੁਣ ਵੀ। ਔਰ ਇਹ ਇਲਜ਼ਾਮ ਲੱਗਦਾ ਸਾਡੇ ਮੱਥੇ ਤੇ ਕਿ ਭਾਈ ਪੁਰਸਕਾਰ ਜਿਹੜੇ ਹੈ ਉਹ ਵਿਕਦੇ ਆ, ਪੁਰਸਕਾਰ ਖਰੀਦੇ ਜਾਂਦੇ ਆ, ਪੁਰਸਕਾਰਾਂ ਲਈ ਬੜੀ ਦੌੜ ਲੱਗਦੀ ਹੈ। ਮੈਂ ਇਸ ਕਰਕੇ ਸਵਾਲ ਤੁਹਾਡੇ ਨਾਲ ਡਿਸਕਸ ਕੀਤਾ, ਤੁਸੀਂ ਇਹਦੇ ਬਾਰੇ ਕੀ ਮਤਲਬ ਇਹ ਟਿੱਪਣੀ ਵੀ ਕਰ ਦਿਓ ਇਹਦੇ ਬਾਰੇ। ਹਾਂ ਇਹ ਹੈਗਾ ਜੀ, ਮਤਲਬ ਜੋ ਸੁਣਨ ਉਧਰੋਂ ਜਦੋਂ ਕੋਈ ਕਿਸੇ ਡਿਜ਼ਰਵਿੰਗ ਬੰਦੇ ਨੂੰ ਨਹੀਂ ਮਿਲਦਾ ਤੇ ਫਿਰ ਉਦੋਂ ਇਹ ਜ਼ਿਆਦਾ ਸਵਾਲ ਹਨਾ ਹਾਈਲਾਈਟ ਹੁੰਦਾ। ਹੁਣ ਮੈਂ ਇਹ ਵੀ ਨਹੀਂ ਕਹੂੰਗਾ ਵੀ ਮੈਂ ਤਾਂ ਡਿਜ਼ਰਵਿੰਗ ਸੀ, ਇਹ ਤਾਂ ਉਹਨਾਂ ਨੇ ਵੇਖਣਾ ਹਨਾ। ਤੇ ਇਹਦੇ ਨਾਲ ਜੇ ਮੈਨੂੰ ਮਿਲ ਗਿਆ, ਮੈਂ ਮਤਲਬ ਮੈਂ ਇਹ ਕਹਿਣ ਦਾ ਹੱਕ ਨਹੀਂ ਰੱਖਦਾ ਫਿਰ ਕਿ ਵੀ ਹੁਣ ਸਾਰਾ ਕੁਝ ਸਹੀ ਹੋਣ ਲੱਗ ਗਿਆ ਹਨਾ ਜਾਂ ਹੁੰਦਾ। ਤੇ ਨੈਚੁਰਲ ਜੀ ਗੱਲ ਆ ਜੀ, ਜਦੋਂ ਕਿਸੇ ਨੂੰ ਜੋ ਡਿਜ਼ਰਵ ਨਹੀਂ ਕਰਦਾ ਬੰਦਾ ਉਹਨੂੰ ਮਿਲਦਾ ਤਾਂ ਸਵਾਲਾਂ ਦੇ ਘੇਰੇ 'ਚ ਆਉਂਦਾ ਤੇ ਆਉਣਾ ਵੀ ਚਾਹੀਦਾ ਹਨਾ। ਮਤਲਬ ਤਾਂ ਹੁੰਦਾ ਵੀ ਹੋਊ ਇਦਾਂ ਕੁਝ, ਤੇ ਹੁੰਦਾ ਹੀ ਹੋਏਗਾ। ਤਾਂ ਹੀ ਦੇਖੋ ਕਹਿੰਦੇ ਨੇ ਕਿ ਧੂਆਂ ਉੱਥੇ ਹੋਏਗਾ ਜਿੱਥੇ ਥੋੜੀ ਬਹੁਤ ਅੱਗ ਧੂਣੀ 'ਚ ਤੁਖਦੀ ਹੋਏ। ਬਿਲਕੁਲ ਬਿਲਕੁਲ ਬਈ ਹੁਣ ਵਾਪਸ ਮਤਲਬ ਇਹ ਗੱਲਾਂ ਮੈਂ ਜਾਣਬੁੱਝ ਕੇ ਸ਼ੁਰੂ ਕੀਤੀਆਂ ਸੀ ਤਾਂ ਕਿ ਸ਼ੁਰੂਆਤੀ ਦੌਰ ਦੇ ਵਿੱਚ ਸਾਨੂੰ ਪਤਾ ਲੱਗੇ ਕਿ ਕਿਸ ਪ੍ਰੋਸੈਸ ਦੇ ਵਿੱਚੋਂ ਨਿਕਲਣਾ ਪੈਂਦਾ ਹੈ। ਇੱਕ ਅਵਾਰਡ ਦਾ ਵਿਨਰ ਜਦੋਂ ਕੋਈ ਵਿਅਕਤੀ ਬਣਦਾ ਜਾਂ ਉਸ ਲਈ ਬੰਦਾ ਚੁਣਿਆ ਜਾਂਦਾ ਹੈ। ਬਈ ਵੀਰ ਦਵਿੰਦਰ, ਇਹ ਮੌਲਿਕ ਕੁਐਸਚਨ ਹੈ ਔਰ ਇਸ ਮੌਲਿਕ ਸਵਾਲ ਦਾ ਹੋਣਾ ਬੜਾ ਲਾਜ਼ਮੀ ਹੈ, ਬੜਾ ਸੁਭਾਵਿਕ ਜਿਹਾ ਕੁਐਸਚਨ ਹੈ ਕਿ ਤੁਹਾਡੇ ਪਰਿਵਾਰਕ ਪਿਛੋਕੜ ਦੀ ਸਾਂਝ ਦਰਸ਼ਕਾਂ ਨਾਲ ਹੋਣੀ ਬਹੁਤ ਜ਼ਰੂਰੀ ਹੈ ਜਿਹੜੇ ਦੁਨੀਆ ਭਰ 'ਚ ਬੈਠੇ ਆ। ਉਹ ਇਸ ਕਰਕੇ ਤਾਂ ਕਿ ਪਤਾ ਲੱਗਦਾ, ਮੈਂ ਇਸ ਕੁਐਸਚਨ ਨੂੰ ਸਿਰਫ ਇਸ ਕਰਕੇ ਨਹੀਂ ਪੁੱਛਦਾ ਹੁੰਦਾ, ਇਸ ਸਵਾਲ ਦੀ ਸਾਂਝ ਇਸ ਕਰਕੇ ਨਹੀਂ ਪਾਉਂਦਾ ਕਿ ਇਹ ਜ਼ਰੂਰੀ ਹੁੰਦਾ, ਮੈਂ ਇਸ ਕਰਕੇ ਪਾਉਣਾ ਤਾਂ ਕਿ ਬੰਦੇ ਨੂੰ ਜਿਹੜਾ ਦੇਖ ਰਿਹਾ ਦਰਸ਼ਕ ਉਸ ਨੂੰ ਪਤਾ ਲੱਗੇ ਕਿ ਕੌਣ ਕਿੱਥੋਂ ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਆਇਆ ਔਰ ਕਿਵੇਂ ਇਸ ਨੂੰ ਸਹਿਜ ਦੀ ਚੇਟਕ ਲੱਗੀ ਜਾਂ ਜਿਹੜੇ ਵੀ ਕੰਮ ਦੇ ਵਿੱਚ ਹੈ ਉਸ ਦੀ ਚਣਕ ਕਿਵੇਂ ਲੱਗੀ, ਉੱਥੇ ਤੱਕ ਕਿਵੇਂ ਪਹੁੰਚਿਆ। ਪਰਿਵਾਰਕ ਪਿਛੋਕੜ ਦੀ ਸਾਂਝ ਪਾਓ। ਪਰਿਵਾਰਕ ਪਿਛੋਕੜ ਬਿਲਕੁਲ ਖੇਤੀਬਾੜੀ ਵਾਲਾ ਪਰਿਵਾਰ ਆ ਜੀ ਸਾਡਾ। ਕੋਈ ਮਤਲਬ ਉਸ ਤਰ੍ਹਾਂ ਨਹੀਂ ਸੀ ਕਿ ਸਾਹਿਤਕ ਤਾਂ ਬਹੁਤ ਦੂਰ ਦੀ ਗੱਲ, ਉੱਦਾਂ ਵੀ ਪੜ੍ਹਨ ਲਿਖਣ ਵਾਲੀ ਸਾਡੇ ਤਾਂ, ਮੈਨੂੰ ਤਾਂ ਨਾ ਮੇਰੇ ਘਰ 'ਚ ਤੇ ਨਾ ਕੋਈ ਉਸ ਤਰ੍ਹਾਂ ਰਿਸ਼ਤੇਦਾਰੀ 'ਚ ਕੋਈ ਵੀ ਸਾਹਿਤਕ ਬੈਕਗਰਾਊਂਡ ਤਾਂ ਕਿਸੇ ਦੀ ਨਹੀਂ ਹੈਗੀ। ਈਵਨ ਜਿਹੜਾ ਆਮ ਪੜ੍ਹੇ ਲਿਖੇ ਬੰਦੇ ਜਿੱਦਾਂ ਵੀ ਨਹੀਂ ਬਹੁਤੇ, ਜਿੱਦਾਂ 10ਵੀਂ 12ਵੀਂ ਤੱਕ ਹੈਗੇ ਨੇ ਕੁਝ ਮੇਰੇ ਸੀਗੇ ਰਿਲੇਟਿਵ, ਬਟ ਕੋਈ ਨੌਕਰੀਆਂ ਵਾਲੇ ਵੀ ਹੈ ਨਹੀਂ ਸੀ, ਬਿਲਕੁਲ ਖੇਤੀਬਾੜੀ ਵਾਲਾ ਪਰਿਵਾਰ ਸੀ। ਤੇ ਇਸ ਬੈਕਗਰਾਊਂਡ 'ਚੋਂ ਮੈਨੂੰ ਇਹ ਚੇਟਕ ਕਿਵੇਂ ਲੱਗੀ, ਇਹ ਮੇਰੇ ਲਈ ਵੀ ਸਵਾਲ ਆ, ਕਿਉਂਕਿ ਹੁਣ ਜਦੋਂ ਅਵਾਰਡ ਤੋਂ ਬਾਅਦ ਥੋੜ੍ਹਾ ਜਿਹਾ ਜਾਂ ਕਿਤਾਬ ਛਪਣ ਤੋਂ ਬਾਅਦ ਜਿੱਦਾਂ ਨੋਟਿਸ 'ਚ ਆਇਆ, ਮੈਨੂੰ ਕਈ ਲੋਕ ਇਹ ਸਵਾਲ ਪੁੱਛਦੇ ਨੇ ਹੈ ਨਾ, ਇਹ ਜਾਇਜ਼ ਵੀ ਹੈ ਨਾ ਵੀ ਕੋਈ ਬਿਰਤੀ ਤੁਹਾਡੇ 'ਚ ਕਿਵੇਂ ਪੈਦਾ ਹੁੰਦੀ ਆ। ਤੇ ਮੈਂ ਜਿਹੜੀ ਸੈਲਫ ਸਟੱਡੀ ਕੀਤੀ ਉਹਦੇ 'ਚ ਮੈਨੂੰ ਲੱਗਿਆ ਵੀ ਮੈਂ ਲਿਖਣ ਵੱਲ ਕਿਉਂ ਆਇਆ। ਇੱਕ ਤਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਲਿਖਦਾ ਕੌਣ ਹੈ, ਜਿਹੜਾ ਖਿਆਲ ਨੂੰ ਥੋੜਾ ਜਿਹਾ ਬਿਹਤਰ ਤਰੀਕੇ ਨਾਲ ਪ੍ਰਗਟਾਉਣਾ ਜਾਣਦਾ ਹੋਵੇ ਹੈ ਨਾ। ਤੇ ਫਿਰ ਮੈਨੂੰ ਲੱਗਿਆ ਵੀ ਮੈਨੂੰ ਕਿਵੇਂ ਹੋਇਆ ਏ, ਤੇ ਉਹਦੇ 'ਚ ਮੈਂ ਦੋ ਚੀਜ਼ਾਂ ਗਿਣਦਾ ਹੁੰਦਾ। ਮੈਂ ਪਹਿਲਾਂ ਵੀ ਕਹੀ ਸੀ ਗੱਲ, ਮੇਰੇ ਮਦਰ ਦੇ ਵਿੱਚ ਨਾ ਕਥਾ ਰਸ ਬਹੁਤ ਹੈ ਗੱਲ ਕਰਨ 'ਚ, ਉਹ ਆਮ ਔਰਤ ਨੇ, ਤੇ ਮੇਰੇ ਫਾਦਰ ਦੇ ਵਿੱਚ ਚੀਜ਼ਾਂ ਨੂੰ ਵਿਜ਼ੂਅਲਾਈਜ਼ ਕਰਨ ਦੀ ਬਹੁਤ ਉਹ ਹੈ। ਕੀ ਬਾਤ ਹੈ, ਮਤਲਬ ਖੇਤੀਬਾੜੀ ਬੈਕਗ੍ਰਾਉਂਡ ਦੇ ਵਿੱਚ ਦੋਨਾਂ ਦੀ ਮਤਲਬ ਇੱਕ ਵਿਜ਼ੂਅਲਾਈਜ਼ ਕਰ ਲੈਂਦਾ ਚੀਜ਼ਾਂ ਨੂੰ ਜੀ, ਤੇ ਦੂਸਰੇ ਕਥਾ ਰਸ ਨਾਲ ਮਤਲਬ ਪੇਸ਼ਕਾਰੀ ਉਹਨਾਂ ਦੀ ਉਸ ਤਰੀਕੇ ਦੀ ਹੋ ਜਾਂਦੀ ਹੈ ਜਦੋਂ ਬੀਬੀਆਂ 'ਚ ਬੈਠਦੇ ਆ ਯਾਰ। ਬਿਲਕੁਲ ਬਿਲਕੁਲ। ਹੁਣ ਮੈਂ ਤੁਹਾਨੂੰ ਮਦਰ ਤਾਂ ਦੱਸਦਾ ਜੀ, ਜਿੱਦਾਂ ਨਾ ਉਹਨਾਂ ਨੇ ਕੋਈ ਗੱਲ ਸੁਣਾਉਣੀ ਹੈ, ਮੈਨੂੰ ਲੱਗਦਾ ਕਿਸੇ ਜਿਵੇਂ ਨਾ ਚੰਗੀ ਫਿਲਮ ਦਾ ਇੱਕ ਪਲਾਟ ਹੁੰਦਾ ਵੀ ਉਹ ਇੱਕ ਤਰਤੀਬ 'ਚ ਨਹੀਂ ਰੱਖਦੇ ਘਟਨਾਵਾਂ ਹੈ ਨਾ। ਕਈ ਵਾਰੀ ਉਹ ਫਲੈਸ਼ਬੈਕ ਤੋਂ ਸ਼ੁਰੂ ਕਰਦੇ ਨੇ, ਕਈ ਵਾਰੀ ਕੋਈ ਸੰਵਾਦ ਤੋਂ, ਜਿੱਦਾਂ ਉਸ ਤਰ੍ਹਾਂ ਹੁੰਦਾ ਹੈ ਨਾ। ਤੇ ਮਦਰ ਦਾ ਇਹ ਹੁੰਦਾ ਵੀ ਇੱਕ ਵਾਰ ਤੁਹਾਡੇ ਕੋਲੇ ਆ ਕੇ ਉਹਨੇ ਮਤਲਬ ਗੱਲ ਛੇੜਨੀ ਵੀ ਐਂ ਤਾਂ ਮਾੜੀ ਗੱਲ ਆ, ਵੀ ਕੀ ਮਾੜੀ ਗੱਲ ਆ, ਇੱਥੇ ਰੁਚੀ ਪੈਦਾ ਹੋ ਗਈ ਹੈ ਨਾ, ਉੱਥੇ ਪੈਦਾ ਹੋ ਗਈ ਕੀ ਮਾੜੀ ਗੱਲ ਆ, ਵੀ ਜਿਵੇਂ ਲੋਕ ਐਂ ਕਰੀ ਜਾਂਦੇ ਨੇ ਵੀ ਕੀ ਹੋ ਗਿਆ, ਫਿਰ ਉਦੋਂ ਬਾਅਦ ਉਹ ਸਬਜੈਕਟ ਸ਼ੁਰੂ ਕਰਦੇ ਨੇ। ਕਈ ਵਾਰ ਉਹਨਾਂ ਨੇ ਪਹਿਲਾਂ ਹੀ ਇੱਕ ਮਾਹੌਲ ਸਿਰਜ ਦੇਣਾ। ਬਾਈ ਮਾਫੀ ਚਾਹਾਂਗਾ, ਮੈਂ ਇਸ ਮਾਹੌਲ ਤੋਂ ਅਸੀਂ ਇਸ ਮਾਹੌਲ ਦੇ ਵਿੱਚ ਹੀ ਗੂੜੇ ਰਹਾਂਗੇ ਅਗਲੇ ਜਿੰਨੇ ਵੀ ਸਾਡੇ ਕੋਲੇ ਸਮੇਂ ਆ, ਪਰ ਫਿਲਹਾਲ ਵਕਤ ਇੱਕ ਛੋਟੇ ਵਕਫੇ ਦਾ ਹੋਇਆ। ਇਸ ਵਕਫੇ ਤੋਂ ਅਗਲੇ ਪਾਰ ਬਾਈ ਵੀਰ ਦਵਿੰਦਰ ਹੋਰਾਂ ਨਾਲ ਗੱਲਬਾਤ ਦੇ ਸਿਲਸਿਲੇ ਜਾਰੀ ਰੱਖਾਂਗੇ। ਸਾਹਿਤਕ ਸਫ਼ਰ ਤੋਂ ਲੈ ਕੇ ਜ਼ਿੰਦਗੀ ਨਾਮਾਂ ਤੱਕ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਕਰਦੇ ਰਹਾਂਗੇ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ। ਪ੍ਰੋਗਰਾਮ ਚੱਲ ਰਿਹਾ ਸਾਹਿਤਕ ਤੰਦਾਂ ਔਰ ਅੱਜ ਦੀ ਤੰਦ ਜਿਹੜੀ ਪਾਈ ਹੈ ਅਸੀਂ ਪਾਈ ਹੋਈ ਹੈ ਬਾਈ ਵੀਰ ਦਵਿੰਦਰ ਸਿੰਘ ਹੋਰਾਂ ਨਾਲ, ਜਿਹੜੇ ਯੁਵਾ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਨੇ ਇਸ ਵਾਰ ਦੇ
ਪੰਜਾਬ ਦੇ। ਬਾਈ ਜੀ ਮੁੜ ਤੋਂ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ। ਵੀਰ ਦਵਿੰਦਰ ਬਾਈ, ਤੁਸੀਂ ਆਪਾਂ ਉਸੇ ਗੱਲ ਤੋਂ ਸ਼ੁਰੂ ਕਰਦੇ ਹਾਂ ਕਿ ਕਦੋਂ ਇਹ ਚੀਜ਼ਾਂ ਨੂੰ ਬਿਹਤਰ ਤਰੀਕੇ ਨਾਲ ਸਮਝਣਾ ਸ਼ੁਰੂ ਕੀਤਾ ਕਿ ਮੈਂ ਆਪਣੇ ਹਾਵ ਭਾਵਾਂ ਨੂੰ, ਮੈਂ ਆਪਣੀ ਅੰਦਰਲੀ ਸੰਵੇਦਨਾ ਨੂੰ ਜਾਂ ਆਪਣੇ ਅੰਦਰਲੇ ਭਾਵਾਂ ਨੂੰ ਬਿਹਤਰ ਤਰੀਕੇ ਨਾਲ ਪ੍ਰਗਟ ਕਰ ਸਕਦਾ ਲਿਖ ਕੇ। ਤੇ ਫਿਰ ਉਹ ਲੇਖਣ ਪ੍ਰਕਿਰਿਆ ਦੀ ਸ਼ੁਰੂਆਤ ਕਦੋਂ ਹੁੰਦੀ ਹੈ? ਦੌਰ ਕਿਹੜਾ? ਉਹ ਕਾਲਜ ਦਾ ਦੌਰ, ਸਕੂਲ ਦਾ ਦੌਰ, ਯੂਨੀਵਰਸਿਟੀ ਦਾ ਦੌਰ, ਕਦੋਂ ਜੀ ਲੱਗਦਾ ਉਹ? ਮੈਨੂੰ ਲਿਖਣ ਦੀ ਚੇਟਕ ਦੀ ਤਾਂ ਜੇ ਗੱਲ ਕਰੀਏ ਤਾਂ ਬਹੁਤ ਜਿੱਦਾਂ ਅਰਲੀ ਚਾਈਲਡਹੁੱਡ ਜਿਵੇਂ ਕਹਿੰਦੇ ਨਾ, ਮੈਂ ਉਦੋਂ ਹੀ ਲੱਗ ਗਈ ਸੀਗੀ। ਜਿੱਦਾਂ ਮੈਂ 9ਵੀਂ ਕਲਾਸ 'ਚ ਪੜ੍ਹਦਾ ਸੀ, ਮੇਰੇ ਯਾਦ ਆ ਜਦੋਂ ਮੇਰੀਆਂ ਮਿੰਨੀ ਕਹਾਣੀਆਂ ਨਵਾਂ ਜ਼ਮਾਨਾ ਅਖਬਾਰ 'ਚ ਛਪੀਆਂ ਸੀ। ਤੇ ਉਹ ਚਾਹੇ ਉਹਨਾਂ ਦਾ ਮਿਆਰ ਤਾਂ ਚਲੋ ਉਹੀ ਹੋਣਾ ਸੀ ਜੋ ਇੱਕ ਬੱਚੇ ਨੇ ਲਿਖਣਾ ਸੀ, ਮੈਂ ਉਹ ਨਹੀਂ ਉੱਦਾਂ ਨਹੀਂ ਹੈ, ਬਟ ਜਿਵੇਂ ਵੀ ਸੀ ਥੋੜ੍ਹਾ ਬਹੁਤਾ ਲਿਖਣ ਲੱਗ ਗਿਆ ਸੀ। ਫਿਰ ਮਾੜਾ ਮੋਟਾ ਕਵਿਤਾ ਕੁਵਿਤਾ ਇਸ ਤਰ੍ਹਾਂ ਕੁਛ, ਪਰ ਇਵੇਂ ਵਿਧੀਵਤ ਰੂਪ 'ਚ ਕੋਈ ਪੁਸਤਕ ਛਾਪਣ ਵਾਲਾ ਖਿਆਲ ਸੀ ਜਿਹੜਾ ਇਹ ਹੁਣੀ ਕੁਛ ਸਾਲ ਪਹਿਲਾਂ ਆਇਆ। ਇਹਦੇ ਤੇ ਫਿਰ ਮੈਂ 2-3 ਸਾਲ ਲਾਏ। ਤੇ ਕਹਾਣੀ ਵਿਧਾ ਦੇ ਵਿੱਚ ਤੁਸੀਂ ਵਿਚਰਦੇ ਹੋ ਜ਼ਿਆਦਾ ਸੀ, ਮਤਲਬ ਉਦੋਂ ਸ਼ੁਰੂ ਮੇਰਾ ਰਿਹਾ ਥੋੜਾ, ਇੱਕ ਦੋ ਕਹਾਣੀਆਂ ਵੀ ਲਿਖੀਆਂ, ਮਿੰਨੀ ਕਹਾਣੀ ਵੀ ਲਿਖਦਾ ਸੀ, ਬਟ ਉਹ ਕਹਿ ਲਓ ਵੀ ਸਾਰੀਆਂ ਮੇਰੀਆਂ ਅਭਿਆਸੀ ਮਸ਼ਕਾਂ ਸੀ। ਉਹ ਕੋਈ ਇਸ ਪੱਧਰ ਦੀਆਂ ਨਹੀਂ ਹੈਗੀਆਂ ਵੀ ਉਹਨਾਂ ਨੂੰ ਛਪਾਇਆ ਜਾ ਸਕੇ, ਜੋ ਮੈਂ ਹੁਣ ਫੀਲ ਕਰਦਾ। ਉਹ ਤਾਂ ਇਹ ਵੀ ਮੇਰੀ ਉਸ ਬਿਰਤੀ ਨੂੰ ਤੀਖਣ ਕਰਨ ਦੇ ਲਈ, ਜਿੱਦਾਂ ਹਨਾ ਸਾਨੂੰ ਬਹੁਤ ਕੁਝ ਚਾਹੀਦਾ। ਜਿੱਦਾਂ ਹੁਣ ਤੁਸੀਂ ਥੀਏਟਰ ਦੇ ਨਾਲ ਜੁੜੇ ਹੋ, ਹੁਣ ਆਪਾਂ ਨੂੰ ਪਤਾ ਸੀ ਰਿਹਰਸਲ ਦੇ ਵਿੱਚ ਕਿੰਨਾ ਕੁਝ ਬੋਲਦੇ ਆ, ਤਾਂ ਉਹ ਤਾਂ ਮੇਰੀਆਂ ਇੱਕ ਤਰ੍ਹਾਂ ਦੀਆਂ ਰਿਹਰਸਲਾਂ ਸੀਗੀਆਂ। ਤੇ ਵਿਧੀਵਤ ਰੂਪ 'ਚ ਕਿਤਾਬ ਵਾਰਤਕ ਹੀ ਲਿਖਣੀ ਹੈ ਤੇ ਉਹਨਾਂ ਨੂੰ ਕਿਉਂ ਨਹੀਂ ਲਿਖਣਾ, ਇਹ ਆਉਂਦੇ ਮੈਨੂੰ ਆ ਇੰਨੇ ਸਾਲ ਲੱਗ ਗਏ, ਮਤਲਬ ਜੌਬ 'ਚ ਆ ਕੇ ਮੈਨੂੰ ਲੱਗਦਾ ਹੁੰਦਾ ਵਾਰਤਕ ਹੀ ਕਿਉਂ। ਹਾਂ, ਵਾਰਤਕ ਹੀ ਕਿਉਂ, ਮਤਲਬ ਇਹ ਮੇਰਾ ਸਵਾਲ ਹੋਣਾ ਚਾਹੀਦਾ ਸੀ। ਵਧੀਆ ਤੁਸੀਂ ਇਸ ਨੂੰ ਕਰਤਾ, ਔਰ ਇਹ ਚੰਗੀ ਗੱਲ ਹੈ ਕਿ ਸਾਡੇ ਦਰਸ਼ਕਾਂ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਜਿਹੜੇ ਵੇਖਣਗੇ ਕਿ ਵਾਰਤਕ ਹੀ ਕਿਉਂ, ਇਹ ਲਾਜ਼ਮੀ ਕਿਉਂ, ਔਰ ਵਾਰਤਕ ਕਿੱਥੇ ਜੇ ਖੜੀ ਹੈ ਉਸ ਦੇ ਉੱਤੇ ਵੀ ਗੱਲ ਕਰਿਓ ਤੁਸੀਂ। ਜੀ, ਤੁਹਾਡੇ ਸਵਾਲ ਦਾ ਹੀ ਤੁਸੀਂ ਆਨਸਰ ਦਿਓ। ਓਕੇ, ਮੈਨੂੰ ਪਹਿਲਾਂ ਲੱਗਦਾ ਵੀ ਪਹਿਲਾਂ ਮੈਂ ਤੁਹਾਡੇ ਸਵਾਲ ਦੇ ਪਹਿਲੇ ਭਾਗ ਤੇ ਆ ਜਾਣਾ ਕਿ ਵਾਰਤਕ ਹੀ ਕਿਉਂ ਮੈਂ। ਜੇ ਮੈਂ ਕਹਿਣਾ ਵੀ ਮੈਂ ਇਹਨੂੰ ਸੁਚੇਤ ਰੂਪ 'ਚ ਨਹੀਂ ਚੁਣਿਆ ਵੀ ਮੈਂ ਵਾਰਤਕ ਵੱਲ ਹੀ ਜਾਊਗਾ, ਤੇ ਪਰ ਸਾਡੀ ਪੜਚੋਲ ਦਾ ਵਿਸ਼ਾ ਤਾਂ, ਮੇਰੀ ਸਵੈ ਪੜਚੋਲ ਦਾ ਵਿਸ਼ਾ ਤਾਂ ਇਹ ਵੀ ਹੋਣਾ ਚਾਹੀਦਾ। ਜੇ ਮੇਰੇ ਅਚੇਤ ਨੇ ਵੀ ਚੁਣਿਆ ਤਾਂ ਕਿਉਂ ਚੁਣਿਆ ਇਸ ਚੀਜ਼ ਨੂੰ। ਤੇ ਉਹ ਤੇ ਮੈਂ ਹੁਣ ਤੱਕ ਦੀ ਜਿਹੜੇ ਮੇਰੇ ਸੈਲਫ ਐਨਾਲਿਸਿਸ ਆ ਉਹ ਮੈਂ ਇੱਥੇ ਪਹੁੰਚਦਾ ਹੁੰਨਾ ਕਿ ਵਾਰਤਕ ਦਾ ਮੇਰਾ ਥੋੜਾ ਅਭਿਆਸ ਕੰਪੈਰੀਟਿਵਲੀ ਵੱਧ ਹੋ ਗਿਆ। ਉਹਦਾ ਰੀਜ਼ਨ ਸੀ ਮੈਂ ਜਿਸ ਜੌਬ 'ਚ ਹੈਗਾ ਤੇ ਉੱਥੇ ਮਤਲਬ ਜਿਸ ਤਰ੍ਹਾਂ ਲੈਟਰ ਡਰਾਫਟਿੰਗ ਕਰਨੀ ਹੈ ਹਨਾ ਸਾਰਾ, ਮਤਲਬ ਔਰ ਇੱਕ ਲਿਮਟਿਡ ਸਮੇਂ 'ਚ ਕਰਨੀ ਹੈ, ਲਿਮਟਿਡ ਸ਼ਬਦਾਂ ਦੇ ਵਿੱਚ ਕਰਨੀ ਹੈ। ਹਾਂ, ਬਿਲਕੁਲ। ਤੇ ਜਿੱਦਾਂ ਸਰਕਾਰੀ ਪੱਤਰਾਂ ਦੀ ਭਾਸ਼ਾ ਜਿਵੇਂ ਹੁੰਦੀ ਹੈ ਹਨਾ ਜੀ, ਤੇ ਔਰ ਉਹ ਇੰਨਾ ਕੁ ਆਬਜੈਕਟਿਵ ਹੋਣਾ ਚਾਹੀਦਾ ਵੀ ਉਹਦੇ 'ਚੋਂ ਉਸ ਪੜਤ 'ਚੋਂ ਇੱਕੋ ਹੀ ਅਰਥ ਨਿਕਲੇ ਹਨਾ, ਤੇ ਜਿਹੜੀ ਨਾ ਹੋਵੇ, ਉਹ ਪ੍ਰਭਾਵੀ ਹੋਵੇ, ਤੁਰੰਤ ਪ੍ਰਭਾਵ। ਬਿਲਕੁਲ। ਹਾਲਾਂਕਿ ਸਾਡਾ ਜਿਹੜਾ ਲਿਟਰੇਰੀ ਰਾਈਟਿੰਗ ਹੁੰਦੀ ਹੈ ਉਹਦੇ 'ਚ ਤਾਂ ਇਹ ਹੁੰਦਾ ਵੀ ਇੱਕੋ ਪੜਤ ਨਹੀਂ, ਬਲਕਿ ਉਹਦੇ ਸੰਕੇਤਕ ਅਰਥ ਹੋਣ, ਆਪੋ ਆਪਣੇ ਅਰਥ ਖੋਲ੍ਹਣੇ ਚਾਹੀਦੇ। ਤੇ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਵੀ ਮੇਰਾ ਅਭਿਆਸ ਬਹੁਤ ਹੋਇਆ ਮੇਰੀ ਨੌਕਰੀ ਕਾਰਨ ਸ਼ਾਇਦ ਇਸ ਚੀਜ਼ ਨਾਲ। ਤੇ ਇਸ ਤੋਂ ਇਲਾਵਾ ਵੀ ਮੈਂ ਕਿਤੇ ਕੋਈ ਪ੍ਰੋਜੈਕਟ ਕਰਦਾ ਸੀ ਟਰਾਂਸਲੇਸ਼ਨ ਦਾ ਤੇ ਆਪਣੇ ਪੱਧਰ ਤੇ, ਉੱਥੇ ਵੀ ਮੇਰਾ ਥੋੜਾ ਜਿਹਾ ਇਹ ਸੀਗਾ ਕਿ ਉਹ ਵੀ ਮੈਨੂੰ ਲੱਗਦਾ ਉਹਦੇ ਨਾਲ ਮੇਰੀਆਂ ਵਾਕ ਬਣਤਰਾਂ ਸੁਧਰੀਆਂ ਉਸ ਚੀਜ਼ ਨਾਲ, ਤੇ ਮੈਨੂੰ ਥੋੜਾ ਜਿਹਾ ਗਹਿਰਾ ਜਾਣ ਦਾ ਅਭਿਆਸ ਹੋਇਆ। ਤੇ ਮੈਨੂੰ ਲੱਗਦਾ ਇਹਨਾਂ ਸਾਰੀਆਂ ਚੀਜ਼ਾਂ ਦੀ ਇਸ ਬੈਕਗ੍ਰਾਉਂਡ 'ਚ ਕਹਿ ਸਕਦੇ ਹਾਂ ਕਿ ਮੈਂ ਵਾਰਤਕ ਨੇ ਮੈਨੂੰ ਚੁਣਿਆ ਜਾਂ ਮੈਂ ਵਾਰਤਕ ਨੂੰ ਚੁਣਿਆ। ਪੁਸਤਕ ਰੂਪ ਆਉਂਦੇ ਫਿਰ ਕਿੰਨਾ ਸਮਾਂ ਲੱਗਿਆ ਇਹ ਸਾਰੀ ਪੁਸਤਕ ਨੂੰ ਬਣਦੇ? ਪਾ ਦੇ ਪਹਿਲਾਂ ਇਸ ਪੁਸਤਕ ਦੇ ਆਉਣ ਦੀ ਪ੍ਰਕਿਰਿਆ? ਜੀ, ਮੈਂ ਕਾਹਲ ਨਹੀਂ ਕੀਤੀ ਇਹਦੇ 'ਚ ਬਿਲਕੁਲ। ਪੁਸਤਕ ਮੈਨੂੰ ਐਂ ਲੱਗਦਾ ਵੀ ਜੇ ਤਾਂ ਉੱਦਾਂ ਦੇਖਿਆ ਜਾਵੇ ਵੀ ਕਿੰਨਾ ਟਾਈਮ ਲੱਗਦਾ ਤਾਂ 5 ਸਾਲ ਤੋਂ ਵੱਧ ਕਹਿ ਸਕਦੇ ਹਾਂ ਇਸ ਪੁਸਤਕ ਨੂੰ, ਬਟ ਜੇ ਵਿਧੀਵਤ ਰੂਪ 'ਚ ਹੀ ਦੇਖਣਾ ਹੋਵੇ ਤਾਂ ਵੀ ਘੱਟੋ ਘੱਟ ਮੈਨੂੰ ਲੱਗਦਾ 3 ਸਾਲ ਤਾਂ ਲੱਗੇ ਹੋਣੇ। ਮੈਂ ਅੱਜ ਹੀ ਨੋਟ ਕਰ ਰਿਹਾ ਸੀ, ਮੈਂ ਨਾ ਇਸ ਇੰਟਰਵਿਊ ਕਾਰਨ ਥੋੜਾ ਕਿਤਾਬ ਤੇ ਨਿਗਾਹ ਮਾਰ ਰਿਹਾ ਸੀ, ਤੇ ਇਹਦੀ ਭੂਮਿਕਾ ਦੇ ਥੱਲੇ ਮੈਂ ਲਿਖਿਆ ਵੀਰ ਦਵਿੰਦਰ ਸਿੰਘ। ਇੱਧਰ ਸੀ ਦਸੰਬਰ 2019 ਜੀ, ਤੇ 2019 ਦੇ ਦਸੰਬਰ 'ਚ ਮੈਂ ਭੂਮਿਕਾ ਲਿਖ ਚੁੱਕਾ ਸੀ, ਮਤਲਬ ਕਿਤਾਬ ਦਾ ਇੱਕ ਡਰਾਫਟ ਤਿਆਰ ਹੋ ਗਿਆ ਸੀ ਹਨਾ। ਉਹ ਤੋਂ ਬਾਅਦ ਫੇਰ ਸੋਧਣ ਵਾਲਾ ਮਤਲਬ ਚੱਲਿਆ। ਇਹ ਤੁਹਾਡੀ ਇਮਾਨਦਾਰੀ ਹੈ, ਇਹ ਤੁਹਾਡੀ ਇਮਾਨਦਾਰੀ ਹੈ। ਦੇਖੋ, ਤੁਸੀਂ ਇਹ ਗੱਲ ਇਮਾਨਦਾਰੀ ਔਰ ਮਹਿਸੂਸ ਕੀਤੀ ਕਿ ਇਸ ਦੀ ਭੂਮਿਕਾ ਦਾ ਜਿਹੜਾ ਉਹ ਸਮਾਂ ਹੈ ਦਸੰਬਰ 2019 ਦਾ ਲਿਖਿਆ ਹੋਇਆ ਸੀ, ਔਰ ਇਹ ਪਹਿਲਾ ਡਰਾਫਟ, ਮਤਲਬ ਇੱਕ ਡਰਾਫਟ ਹੋਰ ਸੋਧਣ ਵਾਲਾ ਪਿਆ ਸੀਗਾ, ਔਰ ਤੁਸੀਂ ਗੱਲ ਨੂੰ ਮੰਨ ਰਹੇ ਹੋ। ਔਰ ਇਹੀ ਇਮਾਨਦਾਰੀ ਮੈਨੂੰ ਲੱਗਦਾ ਕਿ ਸਾਹਿਤਕਾਰ ਦੇ ਵਿੱਚ ਜਾਂ ਇੱਕ ਲੇਖਕ ਦੇ ਵਿੱਚ ਹੋਣੀ ਚਾਹੀਦੀ ਹੈ, ਜਿਹੜੀ ਹੁਣ ਮੇਰੇ ਖਿਆਲ 'ਚ ਘਟਦੀ ਜਾ ਰਹੀ ਹੈ, ਕਿਉਂਕਿ ਗੱਲਾਂ ਬਹੁਤ ਮਾਰਦੇ ਆ ਸਾਹਿਤਕਾਰ। ਪਰ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਬਈ ਦਿਖਾਵਾ ਕੁਛ ਹੋਰ ਹੁੰਦਾ ਹੈ ਔਰ ਵਿਚਰਰੇ ਕੁਛ ਹੋਰ ਹੁੰਦੇ ਆ। ਇਹ ਵੀ ਸਾਰਾ ਕੁਛ ਚੱਲ ਰਿਹਾ ਕਿਉਂਕਿ ਤੁਸੀਂ ਤਾਂ ਯੂਨੀਵਰਸਿਟੀਆਂ ਦੇ ਵਿੱਚੋਂ, ਤੁਹਾਡਾ ਵਾਹ ਤਾਂ ਹਮੇਸ਼ਾ ਹੀ ਉਸ ਖੇਤਰ ਦੇ ਉਹਨਾਂ ਲੋਕਾਂ ਨਾਲ ਲਗਾਤਾਰ ਪੈਂਦਾ ਰਹਿੰਦਾ। ਪੜ੍ਹਨਾ ਕਿੰਨਾ ਲਾਜ਼ਮੀ ਹੈ? ਇਹ ਸਵਾਲ ਬਹੁਤ, ਮਤਲਬ ਕਈ ਇਸ ਸਵਾਲ ਨੂੰ ਬੜਾ ਬੇਕਾਰ ਸਮਝਦੇ ਆ, ਤੇ ਮੈਨੂੰ ਲੱਗਦਾ ਕਿ ਮੇਰੇ ਲਈ ਮਹੱਤਵਪੂਰਨ ਹੈ ਸਵਾਲ, ਸਾਡੇ ਦਰਸ਼ਕਾਂ ਲਈ ਵੀ ਮਹੱਤਵਪੂਰਨ ਹੈ। ਪੜ੍ਹਨਾ ਕਿੰਨਾ ਲਾਜ਼ਮੀ? ਬਹੁਤ ਵਧੀਆ ਸਵਾਲ ਜੀ, ਬਹੁਤ
ਮਤਲਬ ਮੈਨੂੰ ਲੱਗਦਾ ਬਹੁਤ ਰੈਲੇਵੈਂਟ ਕੁਐਸਚਨ ਹੈ ਨਾ, ਜਿਵੇਂ ਕਹਿ ਦਿੰਦੇ ਨੇ ਕਿ ਇਹੀ ਵੱਡੀ ਗੱਲ ਆ। ਹੁਣ ਜਿਵੇਂ ਆਪਾਂ ਜਿੱਥੋਂ ਸਟਾਰਟ ਕੀਤਾ ਸੀ ਆਪਣਾ ਇੰਟਰਵਿਊ ਕਿ ਕੀ ਮਹਿਸੂਸ ਕਰ ਰਹੇ ਹੋ, ਚਾਹ ਤੋਂ ਬਾਅਦ ਨਾ ਜਿਹੜਾ ਮੇਰਾ ਦੂਜਾ ਭਾਵ ਮੈਂ ਮਹਿਸੂਸ ਕਰ ਰਿਹਾ ਡਰ ਵਾਲਾ ਵੀ ਹੈ। ਇੱਕ ਜ਼ਿੰਮੇਵਾਰੀ ਵੱਧ ਜਾਂਦੀ ਹੈ ਨਾ ਜੀ। ਤੇ ਜਿਵੇਂ ਅਵਾਰਡ ਤਾਂ ਖਾਸ ਤੌਰ ਤੇ ਇੱਕ ਉਸ ਘੇਰੇ 'ਚ ਆਉਂਦੇ ਨੇ, ਫਿਰ ਬੰਦੇ ਤੁਹਾਡੇ ਤੇ ਨਜ਼ਰ ਰੱਖਦੇ ਨੇ ਹੈ ਨਾ, ਕਿ ਵੀ ਚਲੋ ਇੱਕ ਤਾਂ ਯਾਰ ਇਹਨੇ ਕਰ ਲਈ ਹੋਣੀ ਕਿਵੇਂ ਨਾ ਕਿਵੇਂ ਕਰਕੇ, ਹੁਣ ਕੀ ਕਰੂਗਾ। ਤੇ ਔਰ ਜਿਸ ਤਰ੍ਹਾਂ ਦੀ ਮੇਰੇ ਰੁਝੇਵੇਂ ਮੇਰੀ ਜਿਸ ਫਿਤਰਤ ਵਾਲੀ ਨੌਕਰੀ ਆ, ਉਹਦੇ 'ਚ ਮੈਨੂੰ ਪੜ੍ਹਨ ਲਈ ਬਹੁਤ ਘੱਟ ਸਮਾਂ ਮਿਲਦਾ ਸੀ। ਤੇ ਹੁਣ ਮੈਂ ਪੜ੍ਹਨ ਵੱਲ ਹੀ ਥੋੜ੍ਹਾ ਜਿਹਾ ਮੈਨੂੰ ਲੱਗ ਰਿਹਾ ਵੀ ਮੈਨੂੰ ਬਹੁਤ ਪੜ੍ਹਨਾ ਪੈਣਾ, ਜ਼ਿੰਮੇਵਾਰੀ ਵੱਧ ਗਈ। ਬਿਲਕੁਲ ਬਿਲਕੁਲ। ਤੇ ਕਿ ਜੇ ਮੈਂ ਪੜ੍ਹਾਂਗਾ ਨਹੀਂ ਤਾਂ ਹੋਰ ਉਸ ਤਰ੍ਹਾਂ ਨਹੀਂ ਹੋਏਗਾ। ਤੇ ਹੁਣ ਆਪਾਂ ਜਿਸ ਤਰ੍ਹਾਂ ਤੁਸੀਂ ਸਵਾਲ ਪੁੱਛਿਆ ਪੜ੍ਹਨਾ ਜ਼ਰੂਰੀ ਕਿਉਂ ਹੈ, ਤਾਂ ਚਲੋ ਮੈਂ ਆਪਣੇ ਨਿੱਜੀ ਪ੍ਰਸੰਗ 'ਚ ਕਹਿਤਾ ਵੀ ਮੇਰੇ ਲਈ ਪੜ੍ਹਨਾ ਜ਼ਰੂਰੀ ਹੈ। ਤੇ ਪਰ ਉੱਦਾਂ ਵੀ ਨਾ ਮੈਂ ਪਹਿਲਾਂ ਵੀ ਕਿਤੇ ਗੱਲ ਕੀਤੀ ਸੀ ਕਿ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਆ, ਖਾਸ ਤੌਰ 'ਤੇ ਲਿਟਰੇਚਰ ਨਾਲ ਜੁੜਨਾ, ਜਿਹੜਾ ਨਾ ਅੱਜ ਕੱਲ੍ਹ ਲਿਟਰੇਚਰ ਤੋਂ ਕੱਟ ਆਫ ਹੁੰਦੇ ਜਾਂਦੇ। ਮੈਂ ਕਿਹਾ ਸੀ ਕਿ ਲਿਟਰੇਚਰ ਨਾ ਤੁਹਾਨੂੰ ਅੰਦਰੋਂ ਜਿੱਦਾਂ ਤੁਹਾਡੀ ਰੂਹ ਨੂੰ ਇੱਕ ਰਿਫਾਈਨ ਕਰਦਾ, ਔਰ ਕਰਦਾ ਵੀ ਇੰਨਾ ਸਹਿਜੇ ਜੇ ਹੈ ਨਾ ਕਿ ਤੁਹਾਨੂੰ ਪਤਾ ਨਹੀਂ ਲੱਗਦਾ। ਤੁਸੀਂ ਕਿਸੇ ਲਿਟਰੇਚਰ ਪੜ੍ਹਨ ਵਾਲੇ ਬੰਦੇ ਦੇ ਨਾ ਉਹਦੇ ਸੰਗ ਬੈਠੋਗੇ, ਉਹਦਾ ਇੱਕ ਵੱਖਰਾ ਔਰਾ ਹੈ ਨਾ ਜੀ। ਤੇ ਉਹਦੇ ਚਿਹਰੇ ਦਾ ਨੂਰ ਹੋਰ ਤਰ੍ਹਾਂ ਦਾ, ਉਹਦੇ ਵਿਚਾਰਾਂ 'ਚ ਸਪਸ਼ਟਤਾ ਹੁੰਦੀ ਹੈ ਨਾ, ਤੇ ਉਹਦੇ 'ਚ ਜਿਹੜੀ ਓਨੈਸਟੀ ਆਪਾਂ ਕਹਿੰਦੇ ਇਮਾਨਦਾਰੀ ਕਿੰਨੀ ਹੁੰਦੀ ਆ, ਇਹ ਸਾਰਾ ਕੁਝ। ਔਰ ਜਿਸ ਤਰ੍ਹਾਂ ਦਾ ਸਾਡੇ ਪਾਸੇ ਹਰ ਪਾਸੇ ਇੱਕ ਨੈਗੇਟਿਵਿਟੀ ਫੈਲੀ ਹੋਈ ਹੈ ਨਾ ਜੀ, ਤੇ ਉਸ ਨੈਗੇਟਿਵਿਟੀ ਵਾਲੇ ਦੌਰ 'ਚ ਅਸੀਂ ਕਹਿੰਦੇ ਹਾਂ ਕਿ ਲੋਕਾਂ ਦਾ ਨਾ ਮਤਲਬ ਐਥੀਕਲੀ ਲੋਕ ਹੁਣ ਸਹੀ ਨਹੀਂ ਰਹੇ, ਇਹਨਾਂ ਦਾ ਨੈਤਿਕ ਪਤਨ ਹੋ ਗਿਆ, ਇਹ ਹੋ ਗਿਆ। ਔਰ ਉਹ ਨੈਤਿਕ ਪਤਨ ਜਿਹਨੂੰ ਆਪਾਂ ਕਹਿੰਦੇ ਹਾਂ, ਨੈਤਿਕ ਵਿਕਾਸ ਕਿਵੇਂ ਹੋਊਗਾ, ਕਿਵੇਂ ਨੈਤਿਕ ਤੌਰ ਤੇ ਲੋਕ ਜ਼ਿੰਮੇਵਾਰ ਹੋਣਗੇ, ਉਹ ਸ਼ਬਦ ਨਹੀਂ ਕਰਨਾ ਜੀ, ਲਿਟਰੇਚਰ ਨਹੀਂ ਕਰਨਾ ਹੈ ਨਾ, ਲੋਕਾਂ ਨੂੰ ਸੈਂਸਿਟਾਈਜ਼ ਉਸ ਤਰ੍ਹਾਂ। ਇੱਕ ਸੈਂਸਿਟਿਵ ਬੰਦਾ ਹੀ ਇੱਕ ਮੋਰਲ ਤੌਰ ਤੇ ਸਹੀ ਹੁੰਦਾ, ਤੇ ਸੈਂਸਿਟਿਵਿਟੀ ਲਿਟਰੇਚਰ ਹੀ ਪੈਦਾ ਕਰਦਾ। ਪੜ੍ਹਨਾ ਤਾਂ ਬਹੁਤ ਜ਼ਰੂਰੀ ਹੈ ਜੀ। ਪਿਆਰੇ ਦਰਸ਼ਕੋ, ਜਿਹੜੀ ਗੱਲ ਬਾਈ ਵੀਰ ਦਵਿੰਦਰ ਹੋਰਾਂ ਨੇ ਕਹੀ ਹੈ ਕਿ ਸੈਂਸਿਟਿਵਿਟੀ ਔਰ ਨੈਤਿਕਤਾ ਤੁਹਾਡੇ ਅੰਦਰ ਸ਼ਬਦ ਨੇ ਹੀ ਪੈਦਾ ਕਰਨੀ ਹੈ। ਔਰ ਮੈਂ ਇਹ ਗੱਲ ਹਮੇਸ਼ਾ ਵਾਰ-ਵਾਰ ਕਹਿਣਾ ਹੁੰਦਾ ਕਿ ਅਸੀਂ ਖਾਸ ਤੌਰ ਦੇ ਉੱਤੇ ਪੰਜਾਬੀਆਂ ਕੋਲ ਸ਼ਾਬਦਿਕ ਰੂਪ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਹਤਰ ਚੀਜ਼ ਨਹੀਂ ਪਈ ਹੈਗੀ। ਸਾਡੀਆਂ ਸਾਰੀਆਂ ਕਲਾਵਾਂ ਵਿਧਾਵਾਂ ਪੰਜਾਬੀ ਦੀਆਂ ਖਾਸ ਤੌਰ ਤੇ, ਜੇਕਰ ਅਸੀਂ ਉਸ ਸ਼ਬਦ ਨੂੰ ਹੀ ਮੰਨਣਾ ਨਾ ਸ਼ੁਰੂ ਕਰੀਏ, ਸਿਰਫ ਉਸ ਨੂੰ ਉਸ ਦੀ ਮੰਨਣੀ ਸ਼ੁਰੂ ਕਰੀਏ, ਤਾਂ ਸ਼ਾਇਦ ਅਸੀਂ ਬਿਹਤਰ ਤਰੀਕੇ ਨਾਲ ਜੀਵਨ ਜਾਚ ਸਿੱਖ ਸਕਦੇ ਹਾਂ। ਹੋਰ ਵਕਤ ਇੱਕ ਛੋਟੇ ਬ੍ਰੇਕ ਦਾ, ਬ੍ਰੇਕ ਦੇ ਅਗਲੇਰੇ ਪਾਰ ਗੱਲਾਂ ਬਾਤਾਂ ਦੇ ਸਿਲਸਿਲੇ ਬਾਈ ਵੀਰ ਦਵਿੰਦਰ ਹੋਰਾਂ ਨਾਲ ਇਸੇ ਤਰੀਕੇ ਨਾਲ ਜੋੜਾਂਗੇ। ਮੁੜਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਹੈ। ਵਕਤ ਘੱਟ ਹੈ, ਸਿੱਧਾ ਸਵਾਗਤ ਵੀਰ ਦਵਿੰਦਰ ਹੋਰਾਂ ਦਾ। ਬਾਈ ਜੀ ਮੁੜ ਸਵਾਗਤ ਹੈ। ਜਿੱਥੋਂ ਆਪਾਂ ਗੱਲ ਛੱਡੀ ਸੀ, ਆਪਾਂ ਸ਼ਬਦ ਦੀ ਗੱਲ ਦੇ ਉੱਤੇ ਸੀ। ਸ਼ਬਦ ਦੁਆਰਾ ਫੈਲਾਈ ਜਾਂਦੀ ਚੇਤਨਤਾ ਔਰ ਰੌਸ਼ਨੀ, ਨਕਾਰਾਤਮਕਤਾ ਨੂੰ ਦੂਰ ਕਰਨਾ। ਤੁਸੀਂ ਉਸੇ ਗੱਲ ਨੂੰ ਦੁਬਾਰਾ ਕੰਟੀਨਿਊ ਕਰੋ ਤੁਹਾਡੇ ਲਹਿਜ਼ੇ ਦੇ ਵਿੱਚ ਔਰ ਤੁਹਾਡੀ ਚੇਤਨਤਾ ਦੇ ਵਿੱਚ। ਜੀ ਮੈਂ ਗੱਲ ਕਰ ਰਿਹਾ ਸੀ ਨਾ ਕਿ ਸ਼ਬਦ ਪਾਵਰਫੁਲ ਕਿਉਂ ਆ। ਮੈਨੂੰ ਜੋ ਲੱਗਦਾ ਨਿੱਜੀ ਤੌਰ ਤੇ ਕਿ ਸ਼ਬਦ ਮੈਨੂੰ ਲੱਗਦਾ ਨਾ ਲਿਟਰੇਚਰ ਦੀ ਜਿੱਦਾਂ ਗੱਲ ਕਰ ਲਈਏ ਜਾਂ ਆਪਾਂ, ਇਹਦੇ 'ਚ ਹਲੇ ਸੁੱਚਤਾ ਬਚੀ ਹੋਈ ਹੈ, ਤੇ ਇੱਕ ਉਹ ਜਿਹੜੀ ਪਿਓਰਿਟੀ ਬਚੀ ਹੋਈ ਆ। ਉਹਦਾ ਰੀਜ਼ਨ ਵੀ ਇੱਕ ਇਹ ਆ ਵੀ ਇਹਦੇ 'ਚ ਹਲੇ ਗਲੈਮਰ ਉਹਨਾਂ ਐਡ ਨਹੀਂ ਹੋਇਆ। ਸਾਡੇ ਦੂਸਰੇ ਮਾਧਿਅਮ ਨੇ ਜਿਹੜੇ ਉਹ ਪਾਵਰਫੁਲ ਘੱਟ ਨਹੀਂ ਹੈਗੇ ਹੈ ਨਾ, ਜਿੱਦਾਂ ਕੋਈ ਵੀ ਕਿਸੇ ਹੋਰ ਆਰਟ ਨੂੰ ਕਹਿ ਲਈਏ, ਉਹ ਪਾਵਰਫੁਲ ਬਹੁਤ ਹੋ ਸਕਦੇ ਆ, ਹੈਗੇ ਵੀ ਆ ਹੈ ਨਾ, ਬਲਕਿ ਲਿਟਰੇਚਰ ਦੇ ਨਾਲ ਉਹਨਾਂ ਦੀ ਰੀਚ ਵੀ ਬਹੁਤ ਅੱਗੇ ਤੱਕ ਹੈ। ਬਟ ਉਹਦੇ 'ਚ ਕਿਤੇ ਨਾ ਕਿਤੇ ਨਾ ਉਹ ਸ਼ੁੱਧਤਾ, ਉਹ ਪਿਓਰਿਟੀ ਜਾਂ ਉਹ ਸੁੱਚਤਾ ਮੈਨੂੰ ਲੱਗਦਾ ਵਰਡ ਠੀਕ ਰਹੂਗਾ, ਉਹ ਨਹੀਂ ਬਚੀ। ਕਿਉਂਕਿ ਜਦੋਂ ਕਿਸੇ ਵੀ ਵਰਤਾਰੇ ਦੇ ਵਿੱਚ ਗਲੈਮਰ ਐਡ ਹੁੰਦਾ, ਇੱਕ ਬਾਜ਼ਾਰ ਐਡ ਹੁੰਦਾ, ਮਾਰਕੀਟ ਐਡ ਹੁੰਦੀ ਆ, ਤਾਂ ਫਿਰ ਚੀਜ਼ਾਂ ਉਵੇਂ ਵਿਹਾਰ ਕਰਦੀਆਂ ਨੇ, ਤੇ ਉਹਨਾਂ ਦੇ ਨਿਰਮਾਣਕਾਰੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹ ਐਡ ਹੋ ਜਾਂਦੀਆਂ ਨੇ ਕਿ ਉਹਨਾਂ ਨੇ ਵਿਕਣਾ ਹੁੰਦਾ, ਉਹਨੂੰ ਸੇਲੇਬਲ ਬਣਾਉਣਾ ਹੁੰਦਾ, ਪ੍ਰੋਡਕਟ ਬਣ ਜਾਂਦਾ, ਉਹ ਪ੍ਰੋਡਕਟ ਬਣ ਜਾਂਦਾ। ਲਿਟਰੇਚਰ ਮੈਨੂੰ ਲੱਗਦਾ ਹਲੇ ਜਿਹੜਾ ਪਿਓਰ ਲਿਟਰੇਚਰ ਹੈ ਨਾ, ਉਹ ਹਲੇ ਇੱਕ ਪ੍ਰੋਡਕਟ ਨਹੀਂ ਬਣਿਆ। ਇਸੇ ਕਰਕੇ ਇਹਦੇ 'ਚ ਸ਼ੁੱਧਤਾ ਬਚੀ ਹੋਈ ਆ। ਉਹੀ ਜਿਵੇਂ ਪਾਤਰ ਸਾਹਿਬ ਕਹਿੰਦੇ ਆ ਕਿ ਜ਼ਹਿਰ ਦਾ ਪਿਆਲਾ ਮੇਰੇ ਹੋਠਾਂ ਤੇ ਆ ਕੇ ਰੁਕ ਗਿਆ, ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫਾਸਲਾ। ਉਹ ਕਿੱਡੀ ਖੁੱਲੀ ਗੱਲ ਹੈ ਜੀ। ਜੇ ਉਹਨੂੰ ਬੰਦਿਸ਼ ਦੇ ਵਿੱਚ ਦੇਖਣਾ ਤਾਂ ਉਹਦੀ ਪਾਕੀਜ਼ਗੀ ਔਰ ਉਹਦੀ ਸੁੱਚਤਾ, ਔਰ ਜੇ ਉਹਨੂੰ ਖੁੱਲੇ ਰੂਪ 'ਚ ਦੇਖਣਾ ਕਿ ਰਹਿ ਗਿਆ ਮੇਰੇ ਔਰ ਸੁਕਰਾਤ ਵਿਚਲਾ ਫਾਸਲਾ, ਤੇ ਉਹਦੀ ਸੁੱਚਤਾ ਦੁਨੀਆ ਭਰ ਦੇ ਰੂਪ ਦੇ ਵਿੱਚ ਕਿੱਡੀ ਵੱਡੀ ਹੈ। ਤੇ ਉਹ ਮਤਲਬ ਦੁਨੀਆ ਨੂੰ ਸੁੱਚੇ ਕਰਨ ਦੇ ਰੂਪ ਦੇ ਵਿੱਚ ਉਹ ਦੋ ਸ਼ਬਦ ਜਾਂ ਚਾਰ ਸ਼ਬਦ ਕਿੱਡੇ ਵੱਡੇ ਨੇ। ਮਤਲਬ ਜੋ ਬੇਬਾਕੀ ਲੋੜੀਂਦੀ ਹੈ ਨਾ ਜੀ,
ਸਵਾਲ ਚੁੱਕਣ ਲਈ ਜਾਂ ਇੱਕ ਉਸ ਗਲਤ ਵਰਤਾਰੇ ਨੂੰ ਗਲਤ ਕਹਿਣ ਲਈ ਉਹ ਬੇਬਾਕੀ ਲਿਟਰੇਚਰ ਹੋਲਡ ਰੱਖਦਾ ਵੀ ਲਿਟਰੇਚਰ ਦੇ ਵਿੱਚ ਉਹ ਗੱਲ ਕਹੀ ਜਾ ਸਕਦੀ ਹੈ ਹਨਾ। ਇੱਥੇ ਸਾਡੇ ਕੋਲ ਕੋਈ ਬੰਦਿਸ਼ ਨਹੀਂ ਹੈਗਾ ਕਿ ਕੱਟ ਹੋ ਜਾਏਗਾ, ਇਹ ਹੋ ਜਾਏਗਾ, ਉਹ ਹੋ ਜਾਏਗਾ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਇਹਦੇ 'ਚ ਇਹ ਬਹੁਤ ਪਾਵਰਫੁਲ ਹੈ ਜੇ ਇਹਨੂੰ ਯੂਜ਼ ਕੀਤਾ ਜਾਵੇ। ਬਈ ਤੁਹਾਡੀ ਵਿਧਾ ਵੱਲ ਆਉਂਦੇ, ਤੁਹਾਡੀ ਮੈਂ ਚਾਹੁੰਦਾ ਕਿ ਦਰਸ਼ਕਾਂ ਨਾਲ ਤੁਹਾਡੀ ਵਾਰਤਕ ਵਿਧਾ ਦੀ ਸਾਂਝ ਪਾਈਏ, ਸੁਣਾਓ ਕੁਝ ਤਾਂ ਕਿ ਵਾਕਫੀ ਵੀ ਪਾਈਏ ਆਪਾਂ। ਮੈਂ ਕਿਤਾਬ ਚੋਂ ਨਹੀਂ ਹੈਗਾ ਜੀ ਇਹ ਕਿਤਾਬ ਤੋਂ ਬਾਅਦ ਦੇ ਵਿੱਚ ਕਿਤਾਬ ਤੋਂ ਬਾਅਦ ਜਿੱਦਾਂ ਮੈਂ ਸੀਗਾ ਸੰਵਾਦ ਤੇ ਬਹਿਸ। ਆਮ ਤੌਰ ਤੇ ਅਸੀਂ ਦੋਨਾਂ ਚੀਜ਼ਾਂ ਨੂੰ ਰਲਗੱਡ ਕਰ ਲੈਂਦੇ ਹਾਂ ਹਨਾ। ਇਹ ਸਵਾਲ ਬੜਾ ਮਹੱਤਵਪੂਰਨ ਹੈ, ਮੈਂ ਬਾਈ ਦੀ ਗੱਲ ਨੂੰ ਵਿੱਚ ਹੀ ਟੋਕ ਰਿਹਾ। ਸੰਵਾਦ ਔਰ ਬਹਿਸ ਮਹੱਤਵਪੂਰਨ ਨੇ ਦੋਵੇਂ। ਸੰਵਾਦ ਤੇ ਬਹਿਸ ਵਿਚਲਾ ਜਿਹੜਾ ਇੱਕ ਫਰਕ ਹੈ, ਜਿਹੜੀ ਇੱਕ ਉਹ ਛੋਟਾ ਜਿਹਾ ਟੋਆ ਟੱਪਣਾ, ਉਹ ਟੋਆ ਟੱਪਣਾ ਜਾਂ ਉਹ ਜਿਹੜੀ ਤੰਦ ਹਿਲਾਉਣੀ, ਉਹ ਤੰਦ ਬੜੀ ਮਹੱਤਵਪੂਰਨ ਹੈ, ਉਸ ਨੂੰ ਸਮਝਣਾ ਬੜਾ ਜ਼ਰੂਰੀ ਹੈ ਜੀ। ਜੀ ਮੈਂ ਉਸੇ ਨੂੰ ਫੋਕਸ ਕਰਕੇ ਕੁਝ ਲਿਖਿਆ ਸੀ ਕਿ ਸਾਡੇ ਬਹੁਤੇ ਲੋਕੀ ਸੰਵਾਦ ਦੇ ਆਦੀ ਨਾ ਹੋ ਕੇ ਬਹਿਸ ਦੇ ਅਭਿਆਸੀ ਹਨ। ਉਹਨਾਂ ਦਾ ਕੋਈ ਭਰੋਸਾ ਨਹੀਂ ਕਿ ਉਹ ਚੰਗੇ ਭਲੇ ਤੁਰ ਰਹੇ ਸੰਵਾਦ ਨੂੰ ਕਦੋਂ ਬਹਿਸ ਵਿੱਚ ਤਬਦੀਲ ਕਰ ਦੇਣ। ਇੱਥੇ ਮੈਂ ਸੰਵਾਦ ਨੂੰ ਉਸਾਰੂ ਬਹਿਸ ਦੇ ਤੁੱਲ ਵਰਤ ਰਿਹਾ ਹਾਂ। ਮੇਰੀ ਜਾਚ ਇਹਨਾਂ ਦੋਹਾਂ ਸੰਕਲਪਾਂ ਵਿੱਚ ਬਹੁਤ ਮਹੀਨ ਜਿਹਾ ਫਰਕ ਹੈ। ਸੰਵਾਦ ਵਿੱਚ ਸ਼ਾਮਲ ਹਰ ਕੋਈ ਵਿਅਕਤੀ ਪਹਿਲੇ ਦੀ ਕਹੀ ਗੱਲ ਵਿੱਚ ਕੁਝ ਜੋੜਨ ਦੇ ਲਹਿਜੇ ਨਾਲ ਬੋਲਦਾ ਲਿਖਦਾ ਵਿਚਰਦਾ ਹੈ। ਬਹਿਸ ਵਿੱਚ ਸ਼ਾਮਲ ਲੋਕ ਪਹਿਲੇ ਕਈਆਂ ਗੱਲਾਂ ਨੂੰ ਕੱਟਣ, ਰੱਦਣ, ਦੁਰਕਾਰਨ ਦੀ ਵਿਧੀ ਵਰਤਦਿਆਂ ਆਪਣੀ ਗੱਲ ਨੂੰ ਸਰਵ ਵਿਆਪੀ ਸੱਚ ਵਜੋਂ ਸਥਾਪਿਤ ਕਰਨ ਦੇ ਯਤਨ ਵਿੱਚ ਹੁੰਦੇ ਹਨ। ਸੰਵਾਦ ਸਮੇਂ ਸ਼ਾਮਲ ਸਾਰੀਆਂ ਧਿਰਾਂ ਦੀਆਂ ਛੋਟੀਆਂ ਵੱਡੀਆਂ ਗੱਲਾਂ ਮਿਲ ਕੇ ਇੱਕ ਸੋਹਣਾ ਸਮੁੱਚ ਸਿਰਜਿਆ ਜਾਂਦਾ ਹੈ ਜੋ ਇਸ ਸੰਵਾਦ ਦੀ ਰੂਹ ਬਣਦਾ ਹੈ। ਬਹਿਸ ਵਿੱਚ ਯਤਨ ਹੁੰਦਾ ਹੈ ਕਿ ਹਰ ਗੱਲ ਨੂੰ ਕੱਟਦੇ, ਵੱਢਦੇ ਤੇ ਮਿੱਧਦੇ ਹੋਏ ਬੇਰਹਿਮੀ ਨਾਲ ਤੁਰੋ ਤੇ ਅੰਤ ਤੇ ਪੁੱਜ ਕੇ ਢੀਠਤਾਈ ਨਾਲ ਆਪਣਾ ਅੰਤਿਮ ਸੱਚ ਪੇਸ਼ ਕਰ ਦਿਓ। ਕੀ ਬਾਤ ਹੈ। ਬਹਿਸ ਜਿੱਤਿਆ ਬੰਦਾ ਆਪਣੀ ਅੰਤਲੀ ਦਲੀਲ ਨੂੰ ਵਾਰ-ਵਾਰ ਦੁਹਰਾਉਂਦਾ ਹੈ। ਪੂਰੀ ਗੱਲਬਾਤ ਦੇ ਸਮੁੱਚ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਸਦੀ ਇਹ ਅੰਤਮ ਸੱਚ ਵਾਲੀ ਦਲੀਲ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸਨੇ ਆਪਣੀ ਕਿਸੇ ਚੋਰ ਜੇਬ ਵਿੱਚ ਛੁਪਾ ਕੇ ਰੱਖੀ ਹੁੰਦੀ ਹੈ। ਇਸ ਤੋਂ ਪਹਿਲਾਂ ਦਿੱਤੀਆਂ ਗਈਆਂ ਸਾਰੀਆਂ ਦਲੀਲਾਂ ਉਹ ਸਿਰਫ ਇਸ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦੇ ਅਨੁਕੂਲ ਮਾਹੌਲ ਦੀ ਉਸਾਰੀ ਲਈ ਹੀ ਵਰਤ ਰਿਹਾ ਹੁੰਦਾ। ਇਹ ਵੱਡਾ ਮੈਂ ਥੋੜਾ ਜਿਹਾ ਤੁਹਾਨੂੰ ਸੁਣਾਇਆ। ਪਰ ਤੱਤਸਾਰ ਕਮਾਲ, ਬੜੀ ਕਮਾਲ ਦੀ ਗੱਲ ਹੈ ਕਿ ਆਪਣੀ ਜੇਬ ਦੇ ਵਿੱਚੋਂ ਲੁਕੋ ਕੇ ਰੱਖਦਾ ਉਹ, ਪਹਿਲਾਂ ਹੀ ਉਹਨੂੰ ਪਤਾ ਹੁੰਦਾ ਕਿ ਮੈਂ ਕਿਹੜੀ ਤਖਤੀ ਕਿੱਥੇ ਲਾਉਣ ਦੀ ਕੋਸ਼ਿਸ਼ ਕਰਨੀ ਹੈ ਹਨਾ। ਜੀ ਬਿਲਕੁਲ। ਤੇ ਆਪਾਂ ਜੇ ਇਹਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪਾਦੇ ਪਹਿਲਾਂ ਦੀ ਗੱਲ ਕਰਦੇ ਹਾਂ, ਇਹ ਪੁਸਤਕ ਹੈ ਮੇਰੇ ਪਿਆਰੇ ਦੋਸਤੋ, ਪਿਆਰੇ ਦਰਸ਼ਕੋ, ਪੁਸਤਕ ਬੜੀ ਸੋਹਣੀ, ਬੜੀ ਕਮਾਲ, ਮਤਲਬ ਬਾਹਰੋਂ ਦੇਖਣ ਨੂੰ ਨਹੀਂ ਕਹਿ ਰਿਹਾ ਮੈਂ। ਜਦੋਂ ਇਸ ਦੇ ਅੰਦਰ ਕਿਤਾਬਾਂ ਦੇ ਸਰਵਰਕ ਦੇਖ ਕੇ ਕਿਤਾਬਾਂ ਦੀ ਪਛਾਣ ਨਹੀਂ ਹੁੰਦੀ ਹੈ, ਉਸ ਦੇ ਅੰਦਰ ਜਾਣਾ ਪੈਂਦਾ ਹੈ, ਡੂੰਘ ਦੇ ਵਿੱਚ, ਸਮੁੱਚਤਾ ਦੇ ਵਿੱਚ ਜਾਣਾ ਪੈਂਦਾ। ਪਾਦੇ ਪਹਿਲਾਂ ਇਹ ਉਹ ਪੁਸਤਕ ਹੈ ਜਿਹੜੀ ਵੀਰ ਦਵਿੰਦਰ ਹੋਰਾਂ ਨੇ ਲਿਖੀ ਹੈ। ਪਹਿਲੀ ਪੁਸਤਕ ਯੁਵਾ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣੀ ਗਈ। ਇਸ ਪੁਸਤਕ ਦੇ ਵਿੱਚੋਂ, ਹਾਲਾਂਕਿ ਉਹ ਇਹ ਸਵਾਲ ਸਾਰੇ ਹੀ ਮਤਲਬ ਜਵਾਬ ਇਹਦਾ ਸਾਰਿਆਂ ਨੂੰ, ਸਾਰੇ ਕਹਿੰਦੇ ਨੇ ਕਿ ਮੈਨੂੰ ਸਭ ਕੁਝ ਚੰਗਾ ਲੱਗਦਾ। ਇਸ ਪੁਸਤਕ ਦੀ ਕਿਹੜੀ ਇੱਕ ਤੰਦ ਹੈ ਜਿਹੜੀ ਤੁਹਾਨੂੰ ਜ਼ਿਆਦਾ ਟੁੰਬਦੀ ਹੈ? ਮੇਰਾ ਵੀ ਜਵਾਬ ਤਾਂ ਇਹੀ ਹੈ, ਪਹਿਲਾ ਜਵਾਬ ਹੈ। ਤੇ ਚੋਣ ਕਰਨਾ ਬਹੁਤ ਔਖਾ ਜੀ, ਕਿਉਂਕਿ ਸਾਰੇ ਹੀ ਆਪਾਂ ਲਿਖਿਆ ਹੁੰਦਾ, ਸਾਰੇ ਹੀ ਠੀਕ ਲੱਗਦਾ। ਤੇ ਨਹੀਂ, ਪਰ ਫਿਰ ਵੀ ਜਦੋਂ ਆਪਾਂ ਵਾਰ-ਵਾਰ ਇਹਨੂੰ ਪਿਉਰੀਫਾਈ ਕਰ ਰਹੇ ਹੁੰਦੇ ਆ, ਸੋਧ ਰਹੇ ਹੁੰਦੇ ਆ, ਖਰੜੇ ਵਾਰ-ਵਾਰ ਆਪਾਂ ਇਹਨੂੰ ਵਿਚਰ ਰਹੇ ਹੁੰਦੇ, ਬਣਨ ਦੇ ਰੂਪ ਤੋਂ ਬਾਅਦ ਫਿਰ ਵੀ ਲੱਗਦਾ ਹੁੰਦਾ ਕੁਛ ਨਾ ਵੀ ਆਹ ਥੋੜਾ ਜਿਹਾ ਮੈਨੂੰ ਬਿਹਤਰ ਲੱਗਦਾ। ਹਾਂਜੀ, ਜਦੋਂ ਪਹਿਲੇ ਡਰਾਫਟ ਤੋਂ ਬਾਅਦ ਕਈ ਡਰਾਫਟ ਲਿਖੇ ਨੇ ਮੈਂ ਇਹਦੇ ਕਿਤਾਬ ਦੇ ਜੀ, ਅੰਤਲੇ ਪਲਾਂ 'ਚ ਜਿਹੜੀਆਂ ਚੀਜ਼ਾਂ ਲਿਖੀਆਂ ਨੇ ਨਾ, ਉਹਦਾ ਕਾਰਨ ਇਹ ਸੀ, ਮੈਂ ਖੁਦ ਵੀ ਮਹਿਸੂਸ ਕੀਤਾ। ਦੇਖੋ, ਇਹ ਗੱਲ ਵੈਸੇ ਵੀ ਸਿੱਖਣ ਦੇ ਲਹਿਜੇ ਤੋਂ ਮੈਨੂੰ ਲੱਗਦਾ ਪ੍ਰੇਰਨਾਤਮਕ ਹੋ ਸਕਦੀ ਹੈ ਕਿਸੇ ਲਈ, ਜਿਹੜੀ ਮੈਂ ਆਪਦੇ ਅਨੁਭਵ ਆਧਾਰ ਤੇ ਗੱਲ ਕਰ ਰਿਹਾ, ਕਿ ਮੈਂ ਇਹਦੇ 'ਚ ਕੁਝ ਲੇਖ ਜਿਹੜੇ ਬਾਅਦ ਦੇ ਵਿੱਚ ਲਿਖੇ ਨੇ ਉਹ ਮੈਨੂੰ ਜ਼ਿਆਦਾ ਟੁੰਬਦੇ ਨੇ। ਮੈਨੂੰ ਲੱਗਦਾ ਉਦੋਂ ਤੱਕ ਮੈਂ ਮੈਚਿਓਰ ਹੋ ਗਿਆ ਸੀ, ਤੇ ਮੈਨੂੰ ਇਸ ਕਿਤਾਬ ਨੂੰ ਕਰਦੇ ਕਰਦੇ ਇਹ ਵੀ ਮਹਿਸੂਸ ਹੋਇਆ, ਕਿਤਾਬ ਕਰਨ ਉਪਰੰਤ ਜਾਂ ਕਹਿ ਲਓ, ਕਿ ਜਦੋਂ ਤੁਸੀਂ ਚੀਜ਼ਾਂ ਨੂੰ ਨਾ ਇੱਕ ਤਾਂ ਰੈਂਡਮਲੀ ਉਦਾਂ ਸਿੱਖਦੇ ਰਹਿੰਦੇ ਹੋ, ਜਦੋਂ ਇੱਕ ਪ੍ਰੋਜੈਕਟ ਮੰਨ ਕੇ ਤੁਸੀਂ ਕੋਈ ਕੰਮ ਕਰਦੇ ਹੋ ਨਾ, ਉਹ ਪ੍ਰੋਜੈਕਟ ਤੁਹਾਨੂੰ ਵੈਸੇ ਤਾਂ ਫਾਇਦਾ ਦਿੰਦਾ ਹੀ ਦਿੰਦਾ। ਉਸ ਪ੍ਰੋਜੈਕਟ ਦੇ ਵਿੱਚੋਂ ਤੁਸੀਂ ਜਦੋਂ ਵਿਧੀਵਤ ਰੂਪ 'ਚ ਕੰਮ ਕਰਦੇ ਹੋ ਨਾ, ਉਦੋਂ ਤੁਸੀਂ ਮੈਚਿਓਰ ਵੀ ਹੁੰਦੇ ਹੋ। ਜਿਹੜੇ ਇਹਦੇ ਕਿਤਾਬ ਦੇ ਅੰਤਲੇ ਲੇਖ ਨੇ ਨਾ, ਪਿਛਲੇ ਅੱਧ ਤੋਂ ਆਪਾਂ ਗੱਲ ਕਰ ਲਈਏ ਤਾਂ ਉਹ ਮੈਨੂੰ ਜ਼ਿਆਦਾ ਵਧੀਆ ਲੱਗਦੇ ਨੇ। ਮਤਲਬ ਦੇਖੋ, ਜਿਹੜੀ ਸੁਧਾਰ ਦੀ ਗੁੰਜਾਇਸ਼ ਤਾਂ ਲੇਖਕ ਨੂੰ ਲੱਗਦਾ ਹੀ ਰਹਿੰਦਾ, ਇਹ 'ਚ ਆਹ ਹੋ ਸਕਦਾ, ਬਟ ਮੈਨੂੰ ਲੱਗਦਾ ਵੀ ਜੇ ਮੈਂ ਕੰਪੇਅਰ ਕਰਨੇ ਹੋਵੇ, ਪਿਛਲੇ ਲੇਖ ਮੇਰੇ ਜ਼ਿਆਦਾ ਨੇੜੇ ਨੇ। ਹੁਣ ਮੈਨੂੰ ਲੱਗਦਾ ਉੱਥੇ ਮੈਂ ਥੋੜਾ ਹੋਰ ਮੈਚਿਓਰ ਹੋ ਗਿਆ ਲਿਖਦਾ। ਜੇ ਆਪਾਂ ਬਈ ਮਤਲਬ ਹੁਣ ਕਿਉਂਕਿ ਗੱਲ ਆਪਾਂ ਵਰਲਡ ਵਾਈਡਲੀ ਕਰ ਰਹੇ ਹਾਂ, ਲਿਟਰੇਚਰ ਉਹ ਵਿਧਾ ਤਾਂ ਹੈ ਨਹੀਂ ਕਿ ਇਹਨੂੰ ਬੰਦ ਕਰਕੇ ਰੱਖ ਲਈਏ ਆਪਾਂ ਜੀ। ਤੁਸੀਂ ਆਪਣੀਆਂ ਨਜ਼ਰਾਂ ਦੇ ਵਿੱਚ ਕੀ ਸੋਚਦੇ ਹੋ ਕਿ ਵਾਰਤਕ ਨੂੰ ਪ੍ਰਫੁੱਲਤ ਕਰਨ ਲਈ, ਜਾਂ ਪੰਜਾਬੀ ਦੀਆਂ ਸਾਰੀਆਂ ਵਿਧਾਵਾਂ, ਮੈਂ ਪੰਜਾਬੀ ਦੀਆਂ ਸਾਰੀਆਂ ਵਿਧਾਵਾਂ ਇਸ ਕਰਕੇ ਇਨਕਲੂਡ ਕੀਤੀਆਂ ਨੇ
ਕਿਉਂਕਿ ਤੁਸੀਂ ਵਿਚਰ ਤਾਂ ਸਾਰੀਆਂ ਨਾਲ ਰਹੇ ਹੁੰਦੇ ਹੋ, ਕੰਮ ਚਾਹੇ ਆਪਾਂ ਇੱਕ ਦੇ ਉੱਤੇ ਕਰ ਰਹੇ ਹੁੰਦੇ, ਤੁਸੀਂ ਚਾਹੇ ਵਾਰਤਕ ਦੇ ਉੱਤੇ ਕੰਮ ਕਰ ਰਹੇ ਹੋ, ਪਰ ਵਿਚਰ ਸਾਰੀਆਂ ਦੇ ਵਿੱਚ ਰਹੇ ਹੋ, ਪੜ੍ਹ ਸਾਰੀਆਂ ਨੂੰ ਰਹੇ ਹੋ, ਦੇਖ ਮਾਣ ਸਾਰਿਆਂ ਨੂੰ ਰਹੇ ਹੋ, ਸਾਰਿਆਂ ਦੀ ਸੰਗਤ ਮਾਣਦੇ ਹੋ। ਇਸ ਵਕਤ ਕਿੰਨਾ ਕੁ ਜ਼ਰੂਰੀ ਹੈ ਭਾਸ਼ਾ ਦੇ ਤੌਰ ਦੇ ਉੱਤੇ ਪੰਜਾਬੀ ਦਾ ਬਚਣਾ ਜਾਂ ਪੰਜਾਬੀ ਨੂੰ ਪ੍ਰਫੁੱਲਤ ਕਰਨਾ? ਜਿਹੜੇ ਸੰਕਟ ਜਾਂ ਜਿਹੜੇ ਖਤਰੇ, ਮੈਂ ਅਦਿੱਖ ਰੂਪ 'ਚ ਗੀਤ ਸੰਗੀਤ ਦੇ ਰੂਪ ਦੇ ਵਿੱਚ ਜਾਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਜਿਹੜੇ ਸਾਡੇ ਬੱਚੇ ਹੈ, ਕਿਉਂਕਿ ਦਰਸ਼ਕ ਸਾਡਾ ਬਹੁਤ ਗਿਣਤੀ ਵਿਦੇਸ਼ਾਂ ਦੇ ਵਿੱਚ ਬੈਠਾ ਜਿਹੜਾ ਦੇਖ ਰਿਹਾ ਸਾਨੂੰ, ਤੇ ਇਹਨਾਂ ਲਈ ਪੰਜਾਬੀ ਕਿੰਨੀ ਕੁ ਜ਼ਰੂਰੀ ਹੈ, ਪੰਜਾਬੀ ਦੀ ਵਾਰਤਕ ਕਿੰਨੀ ਕੁ ਜ਼ਰੂਰੀ ਹੈ, ਜਾਂ ਪੰਜਾਬੀ ਦੀਆਂ ਵਾਕੀ ਵਿਧਾਵਾਂ ਕਿੰਨੀਆਂ ਕੁ ਜ਼ਰੂਰੀ ਨੇ? ਤੇ ਕੋਈ ਮਤਲਬ ਮਾਤ ਭਾਸ਼ਾ ਵਾਲੀ ਗੱਲ ਆ ਗਈ ਹੈ ਨਾ ਜੀ। ਮੈਂ ਜਿੰਨਾ ਕੁ ਸਪਸ਼ਟ ਹੁਣ ਤੱਕ ਹੋਇਆ ਇਸ ਵਿਸ਼ੇ ਤੇ, ਵੈਸੇ ਤਾਂ ਬਹੁਤ ਇਹ ਖੋਜ ਦਾ ਵਿਸ਼ਾ ਵੀ ਕੀ ਕੁਝ ਹੋ ਸਕਦਾ ਇਸ ਦਿਸ਼ਾ 'ਚ, ਪਰ ਮੈਂ ਜੋ ਇੱਧਰੋਂ ਉੱਧਰੋਂ ਪੜ੍ਹਿਆ ਲਿਖਿਆ ਜਾਂ ਇੱਧਰੋਂ ਉੱਧਰੋਂ ਸੁਣਿਆ ਸੈਮੀਨਾਰਾਂ ਕਾਨਫਰੰਸਾਂ 'ਚ, ਉਹਦੇ ਬੇਸ ਤੇ ਆਪਣਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਹੁਣ ਇੱਕ ਮਤਲਬ ਸਿੱਧ ਹੋਇਆ ਤੱਥ ਹੈ। ਕੋਈ ਇਹ ਗੱਲ ਇਹ ਨਹੀਂ ਹੈਗੀ ਕਿ ਕਿਸੇ ਲੇਖਕ ਦੀ ਇਹ ਪਰਿਕਲਪਨਾ, ਬਲਕਿ ਸਵੀਪਿੰਗ ਸਟੇਟਮੈਂਟ ਉੱਦਾਂ ਦਾ ਕੁਝ ਨਹੀਂ ਹੈ। ਇਹ ਸਿੱਧ ਹੋਇਆ ਤੱਥ ਹੈ ਕਿ ਜਦੋਂ ਤੁਸੀਂ ਆਪਣੇ ਮਾਤ ਭਾਸ਼ਾ 'ਚ ਗਿਆਨ ਪ੍ਰਾਪਤ ਕਰਦੇ ਹੋ ਨਾ, ਤੁਹਾਡਾ ਬ੍ਰੇਨ ਜ਼ਿਆਦਾ ਵਿਕਸਿਤ ਹੁੰਦਾ ਹੈ ਨਾ। ਤੇ ਇਹ ਮਤਲਬ ਮੈਨੂੰ ਪਤਾ ਨਹੀਂ ਕਿਸੇ ਵਰਲਡ ਲੈਵਲ ਦੇ ਅਦਾਰਿਆਂ ਦੇ ਵਿੱਚ ਉਹਨਾਂ ਨੇ ਇਹ ਸਿੱਧ ਕੀਤਾ ਹੋਇਆ ਗੱਲ ਆ। ਤੇ ਔਰ ਅਸੀਂ ਜਿਹੜੇ ਉਹਨਾਂ ਦੇਸ਼ਾਂ ਦੇ ਅੰਕੜੇ ਦੇਖ ਲਈਏ ਹੈ ਨਾ, ਤੇ ਜਿਨ੍ਹਾਂ ਨੇ ਆਪਣੀ ਮਾਤ ਭਾਸ਼ਾ ਨੂੰ ਪ੍ਰੈਫਰ ਕੀਤਾ, ਤੇ ਉਹਨਾਂ ਦੇ ਨੋਬਲ ਪੁਰਸਕਾਰ ਜਾਂ ਜਿਹੜੇ ਵੱਡੇ ਪੁਰਸਕਾਰ ਨੇ, ਇਹਦਾ ਮਤਲਬ ਇਹ ਨਹੀਂ ਵੀ ਜੋ ਪੁਰਸਕਾਰ ਗੱਲ ਪੁਰਸਕਾਰਾਂ ਦੀ ਨਹੀਂ ਹੈ, ਗੱਲ ਫੈਲਾਅ ਦੀ ਹੈ। ਹਾਂ ਬਿਲਕੁਲ, ਉਹ ਇਸ ਪ੍ਰਸੰਗ 'ਚ ਉਵੇਂ ਗੱਲ ਆ ਗਈ ਇਹ ਕਿ ਉਹਨਾਂ ਦੀਆਂ ਵੱਧ ਪ੍ਰਾਪਤੀਆਂ, ਚਾਹੇ ਉਹ ਵਿਗਿਆਨ ਦੇ ਖੇਤਰ 'ਚ ਹੋਣ, ਚਾਹੇ ਕਿਸੇ ਵੀ ਹੋਰ ਖੇਤਰ 'ਚ ਹੋਣ, ਚਾਹੇ ਆਰਟ ਦੇ ਖੇਤਰ 'ਚ ਹੋਣ, ਉਹ ਉਹਨਾਂ ਦੀਆਂ ਨੇ ਜਿਨ੍ਹਾਂ ਨੇ ਮਦਰ ਟੰਗ ਦੇ ਵਿੱਚ ਜ਼ਿਆਦਾ ਕੰਮ ਕੀਤਾ। ਘੱਟੋ ਘੱਟ ਆਪਦੀ ਜਿਹੜੀ ਮੁੱਢਲੀ ਪੜ੍ਹਾਈ ਹੈ ਨਾ, ਜਿਹੜੀ ਉਹ ਮਦਰ ਟੰਗ ਦੇ ਵਿੱਚ। ਮੇਰੇ ਕੋਲੇ ਅਖੀਰਲਾ ਸਵਾਲ ਤੇ ਅਖੀਰਲਾ ਹੀ ਸਮਾਂ ਮੇਰੇ ਕੋਲੇ ਬਚਿਆ। ਲੋਕ ਕਹਿੰਦੇ ਹੁੰਦੇ ਕਿ ਸਾਨੂੰ ਤਾਂ ਮਾਹੌਲ ਚਾਹੀਦਾ ਲਿਖਣ ਵਾਸਤੇ, ਕੋਈ ਕਹਿੰਦਾ ਮੈਨੂੰ ਹਨੇਰਾ ਕਮਰਾ ਚਾਹੀਦਾ, ਕੋਈ ਕਹਿੰਦਾ ਇਕਾਂਤ ਚਾਹੀਦਾ, ਕੋਈ ਕਹਿੰਦਾ ਸਵੇਰ ਚਾਹੀਦਾ, ਕੋਈ ਕਹਿੰਦਾ ਸ਼ਾਮ ਚਾਹੀਦਾ, ਕੋਈ ਕਹਿੰਦਾ ਪਤਨੀ ਤੋਂ ਦੂਰ ਹੋਣਾ ਚਾਹੀਦਾ, ਕੋਈ ਕਹਿੰਦਾ ਚਾਹ ਦੇ ਕੱਪ ਆਉਂਦੇ ਰਹਿਣ। ਤੁਹਾਡੇ ਜੀਵਨ ਸਾਥਣ ਔਰ ਕਿਹੜਾ ਮਾਹੌਲ ਅਖੀਰਲੇ ਸਮੇਂ ਦੇ ਜੀਵਨ ਸਾਥਣ ਦਾ ਸਹਿਯੋਗ, ਔਰ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਲਿਖਣਾ ਤੁਹਾਨੂੰ ਤਰਜੀਹੀ ਆਧਾਰ ਲੱਗਦਾ ਜਾਂ ਸੁਖਾਵੇਂ ਹੁੰਦੇ? ਜੀ ਜੀਵਨ ਸਾਥੀ ਦਾ ਤਾਂ ਬਹੁਤ ਸਹਿਯੋਗ ਹੈ ਜੀ ਮੈਨੂੰ, ਕੋਈ ਅਸੀਂ ਨਹੀਂ, ਮੈਨੂੰ ਜੋ ਪੜ੍ਹਨ ਲਈ ਮਾਹੌਲ, ਤੁਹਾਡੇ ਕੰਮ ਨੂੰ ਸਮਝਦੇ ਹਾਂ ਜੀ, ਬਿਲਕੁਲ ਸਮਝਦੇ ਆ। ਹਾਲਾਂਕਿ ਉਹਨਾਂ ਦਾ ਆਪਦਾ ਖੇਤਰ ਨਹੀਂ ਹੈਗਾ ਇਹ, ਤੇ ਬਟ ਉਹਨਾਂ ਨੂੰ ਪਤਾ ਵੀ ਇਹ ਚੰਗੀ ਚੀਜ਼ ਹੈ, ਐਟਲੀਸਟ ਮਾੜੀ ਨਹੀਂ ਮੈਂ ਕੁਛ ਕਰ ਰਿਹਾ। ਤੋ ਜਿੰਨਾ ਉਹ ਉਹਨਾਂ ਦੀਆਂ ਆਪਣੀਆਂ ਉਹਨਾਂ ਦੀਆਂ ਵੀ ਸਮਾਵਾਂ ਹੁੰਦੀਆਂ, ਉਹਨਾਂ ਨੂੰ ਵੀ ਸਮਾਂ ਚਾਹੀਦਾ ਮੇਰਾ, ਹੈ ਨਾ, ਤੇ ਬਟ ਉਹ ਮੇਰਾ ਬਣਦਾ ਸਮਾਂ ਨਹੀਂ ਚਲਾਉਂਦੇ ਦਿੰਦੇ ਨੇ। ਕਿੱਦਾਂ ਦਾ ਮਾਹੌਲ ਚਾਹੀਦਾ ਹੁੰਦਾ ਤੁਹਾਨੂੰ? ਤੇ ਇੱਕ ਟੱਕ ਜਵਾਬ ਲਿਖਣ ਵਾਸਤੇ। ਨਹੀਂ, ਮੈਂ ਨਾ ਇੱਥੇ ਥੋੜੀ ਜਿਹੀ ਗੱਲ ਕਰਨਾ ਚਾਹੂੰਗਾ, ਅੱਧਾ ਕੁ ਮਿੰਟ ਲਊਂਗਾ। ਮੈਂ ਕਿਤੇ ਪੜ੍ਹਿਆ ਸੀ, ਕੋਈ ਲੇਖਕ ਕਹਿੰਦਾ ਵੀ ਜਦੋਂ ਮੈਨੂੰ ਉਹਨੂੰ ਪੁੱਛਿਆ ਵੀ ਤੂੰ ਕਿਵੇਂ ਲਿਖਦਾ, ਉਹ ਕਹਿੰਦਾ ਮੇਰੇ ਕੋਲ ਇੱਕ ਚਾਹ ਦੀ ਵੱਡੀ ਥਰਮਸ ਭਰੀ ਹੋਵੇ, ਇੱਕ ਮੇਰੇ ਕੋਲ ਮੇਰਾ ਫਲਾਣਾ ਪੈਨ ਹੋਵੇ, ਤੇ ਇੱਕ ਮੇਰੇ ਆਲੇ ਦੁਆਲੇ ਨਾ ਆਹ 10 ਕਿਤਾਬਾਂ ਪਈਆਂ ਹੋਣ, ਤੇ ਜਿਹੜੀਆਂ ਮੈਂ ਪੜ੍ਹਾ ਨਾ ਵੀ ਕੋ ਉਹ ਮਾਹੌਲ ਸਿਰਜੇਗਾ, ਉਦੋਂ ਲਿਖਦਾ। ਪਰ ਕਹਿੰਦਾ ਜਿਹੜੇ ਮੇਰੇ ਸਭ ਤੋਂ ਸੋਹਣੇ ਤੇ ਖੂਬਸੂਰਤ ਵਾਕ ਮੈਨੂੰ ਉਦੋਂ ਆਉੜੇ ਨੇ ਜਦੋਂ ਇਹਨਾਂ ਚੋਂ ਕੋਈ ਵੀ ਇੱਕ ਚੀਜ਼ ਮੇਰੇ ਕੋਲੇ ਨਹੀਂ ਹੁੰਦੀ। ਉਹੀ ਕਮਰਾ, ਜਿਵੇਂ ਉਹ ਆਪਾਂ ਪੜ੍ਹਿਆ ਸੀ ਨਾ, ਮੇਰਾ ਕਮਰਾ ਪਿੱਤਲ ਦੀ ਕੜਾਹੀ, ਹਨਾ, ਉਹਦੇ ਉਸ ਵਾਰਤਕ ਦੇ ਵਿੱਚੋਂ ਨਿਕਲ ਕੇ ਆਉਂਦਾ ਸੀਗਾ ਕਿ ਉੱਥੇ ਬਾਈ ਸਮਾਂ ਬਿਲਕੁਲ ਥੋੜਾ ਸੀਗਾ, ਪਰ ਫਿਰ ਵੀ ਕੁਝ ਸੈਕਿੰਡ ਤੁਹਾਨੂੰ ਦਿੰਦਾ ਤੁਹਾਡੇ ਵੱਲੋਂ ਦੁਨੀਆ ਭਰ ਦੇ ਪੰਜਾਬੀ ਬੋਲਦੇ ਲੋਕਾਂ ਲਈ ਕੋਈ ਸੁਨੇਹਾ। ਮੇਰਾ ਸੁਨੇਹਾ, ਕਿਉਂਕਿ ਮੈਂ ਆਪ ਖੁਦ ਸ਼ਬਦ ਨਾਲ ਲਿਖਿਆ ਜੀ, ਇਹ ਮੇਰਾ ਸਵਾਰਥ ਕਹਿ ਲਓ, ਭਾਵੇਂ ਮੈਂ ਸ਼ਬਦ ਨਾਲ ਜੁੜਨ ਲਈ ਹੀ ਕਹੂੰਗਾ। ਤੇ ਮੈਨੂੰ ਲੱਗਦਾ ਲਿਟਰੇਚਰ ਨਾਲ ਜ਼ਰੂਰ ਸਾਨੂੰ ਜੁੜਨਾ ਚਾਹੀਦਾ। ਲਿਟਰੇਚਰ ਉਹੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸਾਨੂੰ ਸੋਧਦਾ ਹੈ ਅੰਦਰੋਂ, ਹੈ ਨਾ। ਜਿਵੇਂ ਹੁਣ ਮੈਂ ਆਪਦੀ ਕਿਤਾਬ ਦੇ ਹਵਾਲੇ ਨਾਲ ਹੀ ਗੱਲ ਕਰੂੰਗਾ, ਇਹ ਸਵੈ ਦੇ ਵਿਕਸਣ ਨਾਲ ਸੰਬੰਧਿਤ ਹੈ। ਮੈਂ ਸੋਚ ਰਿਹਾ ਸੀ ਵੀ ਮੈਂ ਬੰਦਿਆਂ ਨੂੰ ਸਵੈ ਕੇਂਦਰਿਤ ਤਾਂ ਨਹੀਂ ਕਰ ਰਿਹਾ ਕਿਤਾਬ 'ਚ ਕਿਤੇ, ਤੇ ਪਰ ਫਿਰ ਮੈਨੂੰ ਲੱਗਿਆ ਨਹੀਂ, ਇਹ ਸਵਾਰਥੀ ਹੋਣ ਜਾਂ ਸਵੈ ਕੇਂਦਰ, ਸੈਲਫ ਸੈਂਟਰਡ ਜਿਹਨੂੰ ਕਹਿੰਦੇ, ਉਹਦੇ ਤੋਂ ਵੱਖਰੀ ਗੱਲ ਆ। ਈਵਨ ਜਦੋਂ ਤੁਸੀਂ ਸੋਧੇ ਜਾਂਦੇ ਹੋ ਨਾ, ਤਾਂ ਤੁਸੀਂ ਜਿਹੜੀਆਂ ਸੋਸ਼ਲ ਕੰਸਰਨ ਵਾਲੀਆਂ ਗੱਲਾਂ ਨੇ, ਉਹਦੇ 'ਚ ਵੀ ਇੱਕ ਬਿਹਤਰ ਤਰੀਕੇ ਨਾਲ ਸ਼ਾਮਲ ਹੋ ਸਕਦੇ ਹੋ, ਇੱਕ ਬਕਾਇਦਗੀ ਸਹਿਤ ਤਿਆਰ ਹੋ ਕੇ ਸ਼ਾਮਲ ਆਪਣੀ ਗੱਲ ਕਰ ਸਕਦੇ ਹੋ। ਬਹੁਤ ਧੰਨਵਾਦ ਬਾਈ ਵੀਰ ਦਵਿੰਦਰ, ਔਰ ਤੁਹਾਨੂੰ ਬਹੁਤ ਮੁਬਾਰਕਾਂ। ਸ਼ੁਕਰੀਆ। ਇਹ ਮੈਂ ਅਖੀਰਲੇ ਉਹਦੇ ਉੱਤੇ ਤਾਂ ਦਿੱਤੀਆਂ ਕਿ ਤੁਸੀਂ ਕਹਿੰਦੇ ਚਾਹ ਹਮੇਸ਼ਾ ਬਣੇ ਰਹਿਣੇ ਚਾਹੀਦੇ ਆ। ਪਹਿਲਾਂ ਮੁਬਾਰਕਾਂ ਇਸ ਕਰਕੇ ਨਹੀਂ ਦਿੱਤੀਆਂ ਕਿ ਅਖੀਰਲਾ ਹੁਣ ਜਿਹੜਾ ਚਾਹ ਬਣੇਗਾ ਸਾਰਾ ਦਿਨ ਤੁਹਾਡਾ ਬਣਾਈ ਰੱਖੂਗਾ। ਔਰ ਚਾਹੁੰਦੇ ਹਾਂ ਕਿ ਆਸ ਤੇ ਅਰਦਾਸ ਕਰਦੇ ਹਾਂ ਕਿ ਅੱਗੇ ਵੀ ਤੁਸੀਂ ਜੋ ਕੁਝ ਲਿਖੋ ਉਹ ਮਿਆਰੀ ਹੋਵੇ, ਔਰ ਉਹ ਘੱਟੋ ਘੱਟ ਇਹ ਹੋਵੇ ਕਿ ਤੁਹਾਨੂੰ ਤਸੱਲੀ ਬਖਸ਼ੇ। ਤੁਸੀਂ ਤਸੱਲੀ ਬਖਸ਼ ਹੋਵੋਗੇ ਆਪਣੇ ਲਿਖੇ ਰਾਹੀਂ, ਤਾਂ ਫਿਰ ਦੂਸਰਿਆਂ ਦਾ ਤਸੱਲੀ ਬਖਸ਼ ਹੋਣਾ ਆਪੇ ਲਾਜ਼ਮ ਹੋ ਜਾਂਦਾ, ਕਿਉਂਕਿ ਪਤਾ ਹੁੰਦਾ ਕਿ ਅਸੀਂ ਜੇ ਕੰਮ ਚੰਗੇ ਮਿਹਨਤ ਨਾਲ ਕੀਤਾ ਤਾਂ ਉਹ ਹਮੇਸ਼ਾ ਫੈਲਾਅ ਦੇ ਵਿੱਚੋਂ ਜਾਂਦਾ ਔਰ ਸੁੱਚਤਾ ਦੇ ਵਿੱਚ ਜਾਂਦਾ ਹੈ। ਬਹੁਤ ਮਿਹਰਬਾਨੀ ਔਰ ਬਹੁਤ ਸ਼ੁਕਰੀਆ ਵੀਰ ਦਵਿੰਦਰ ਜੀ, ਅੱਜ ਸਾਨੂੰ ਸਮਾਂ ਦੇਣ ਲਈ। ਬਹੁਤ ਸ਼ੁਕਰੀਆ ਜੀ ਤੁਹਾਡਾ ਵੀ, ਮੈਨੂੰ ਮਾਣ ਬਖਸ਼ਿਆ, ਬੁਲਾਇਆ, ਇਸ ਯੋਗ ਸਮਝਿਆ ਕਿ ਮੈਂ ਗੱਲ ਕਰ ਸਕਾਂ। ਬਹੁਤ ਸ਼ੁਕਰੀਆ ਜੀ। ਪਿਆਰੇ ਦਰਸ਼ਕੋ,
वक्त की हर शय गुलाम, वक्त का हर शय पे राज, वक्त को आदमी को चाहिए वक्त से डर कर रहे, क्या पता किस वक्त यारो वक्त का बदले मिजाज। इदों पहला वक्त का मिजाज बदले, तुहाडे तो इजाजत लैण दा वक्त आया। अगलेरी वार ਸਾਹਿਤਕ ਤੰਦਾਂ ਦੇ ਸਫ਼ਰ ਦੇ ਵਿੱਚ ਇੱਕ ਹੋਰ ਸਾਥੀ ਦੇ ਨਾਲ ਕਿਸੇ ਹੋਰ ਨਵੀਂ ਮੰਜ਼ਿਲ ਦੇ ਵੱਲ ਜਾਣ ਦਾ ਯਤਨ ਕਰਾਂਗੇ। ਤੰਦਰੁਸਤ ਰਹੋ, ਖੁਸ਼ ਰਹੋ ਔਰ ਇਸ ਪ੍ਰੋਗਰਾਮ ਬਾਰੇ ਆਪਣੀ ਰਾਏ ਜਸ ਪੰਜਾਬੀ ਦੇ ਫੇਸਬੁੱਕ ਪੇਜ ਦੇ ਉੱਤੇ ਲਗਾਤਾਰ ਭੇਜਦੇ ਰਹੋ। ਧੰਨਵਾਦ, ਸਤਿ ਸ਼੍ਰੀ ਅਕਾਲ।